ਭੇਜਦੇ ਰਹੇ ਤਮੀਰ ਜੀ ਜਗ੍ਹਾ ਹੀ ਖਰੀਦਣੀ ਪੈਗਾਮ ਬਿਲਕੁਲ ਸਹੀ ਜਿਹਾ ਸੋਲੜ ਜਿਹਾ ਦੇਣਾ ਹੈ। ਜੋ ਹੈ ਵੇ ਉਹ ਹੈ ਵੇ, ਗਲਤ ਬਿਆਨੀ ਅਸੀਂ ਕਰਨੀ ਕੋ ਨਹੀਂ, ਬਿਲਕੁਲ ਜੋ ਹੈ ਬਸ। ਕੋਈ ਜਗ੍ਹਾ ਲੈਣੀ ਹੈ ਭਾਈ, 2 ਕਨਾਲ ਜਗ੍ਹਾ ਲੈਣੀ ਹੈ ਜਾਮਿਆਂ ਵਾਸਤੇ, ਬੱਚੀਆਂ ਦੀ ਤਾਲੀਮ ਵੀ ਹੋਏਗੀ, ਬੱਚਿਆਂ ਦੀ ਵੀ ਹੋਏਗੀ। ਬੱਚੀਆਂ ਦਾ ਅਲੱਗ ਸੈਪਰੇਟ ਬਣਨਾ ਹੈ, ਉਹਦੇ ਵਿੱਚੋਂ ਹੀ ਜਗ੍ਹਾ ਕੱਢਣੀ ਹੈ ਅਸੀਂ ਇਨਸ਼ਾਅੱਲਾ। ਬੱਚਿਆਂ ਦਾ ਅਲੱਗ ਸੈਪਰੇਟ ਕਰਨਾ, ਵਿੱਚ ਮਸਜਿਦ ਵੀ ਹੋਏਗੀ, ਵਿੱਚ ਮਦਰਸਾ ਵੀ ਹੋਏਗਾ, ਵਿੱਚ ਸਭ ਕੁਝ ਹੋਏਗਾ ਇਨਸ਼ਾਅੱਲਾ। ਜੀ ਜਿਹੜੇ ਵੀ ਸਾਡੇ ਓਵਰਸੀਜ਼ ਪਾਕਿਸਤਾਨੀ ਨੇ ਕਮ ਸੇ ਕਮ ਉਹ ਅਗਰ ਥੋੜਾ ਥੋੜਾ ਵੀ ਹਿੱਸਾ ਪਾਉਣ ਤੇ ਜਗ੍ਹਾ ਖਰੀਦੀ ਜਾ ਸਕਦੀ ਹੈ ਬਹੁਤ ਸਪੀਡ ਨਾਲ। ਓਵਰਸੀਜ਼ ਪਾਕਿਸਤਾਨੀ ਅਗਰ ਹਿੰਮਤ ਮਾਰਨ ਤੇ ਮਿਹਰਬਾਨੀ ਫਰਮਾਨ ਤੇ ਇਹ ਜਗ੍ਹਾ ਖਰੀਦੀ ਜਾ ਸਕਦੀ, ਜਿਹਦੀ ਕੀਮਤ ਜਿਹੜੀ ਉਹ 2 ਕਰੋੜ ਰੁਪਇਆ। ਇਹਦਾ ਇੱਕ ਯੂਨਿਟ ਜਿਹੜਾ ਉਹ 1 ਲੱਖ ਰੁਪਏ ਦਾ। ਤੇ ਅਗਰ ਜਿਤਨੇ ਵੀ ਓਵਰਸੀਜ਼ ਪਾਕਿਸਤਾਨੀ ਖਤਮੇ ਨਬੂਵਤ ਦੇ ਮੁਜਾਹਿਦੀਨ ਯਾਰ ਯਕੀਨ ਜਾਣਿਓ ਨੇ ਉਹ ਖੁਦ ਵੀ ਕਰਨ, ਅੱਗੋਂ ਵੀ $1000 ਨਾ ਇੱਕ ਸਾਡਾ ਦੋਸਤ ਸਾਨੂੰ ਦੇ ਦਿੰਦਾ ਨਾ $1000, ਤੇ ਕਿੰਨਾ $1000 ਹੋਵੇ ਤੇ ਕਾਸ਼ਫ $1000 ਕਿੰਨਾ ਬਣਦਾ ਪਾਕਿਸਤਾਨ? ਜਗ੍ਹਾ ਖਰੀਦੀ ਜਾ ਸਕਦੀ ਹੈ $1000 ਕਾਸ਼ਫ। ਤਕਰੀਬਨ 2 ਲੱਖ ਰੁਪਇਆ ਬਣਨਾ ਚਾਹੀਦਾ। $1000 ਇਨ ਪਾਕਿਸਤਾਨ ਬਣ ਜਾਏਗਾ ਤਕਰੀਬਨ 2,78,000 ਪੌਣੇ ਕੋ 3 ਲੱਖ। $1000 ਹੈ ਨਾ, ਤੇ ਆਪੇ ਹੀ ਹਿਸਾਬ ਲਾ ਲਓ ਕਿ 100 ਕਿੰਨਾ $1000, ਹਾਂ $1000 ਤੇ ਕਿੰਨਾ 100 ਬੰਦਾ, 100 ਬੰਦਾ ਹੀ ਨਾ ਇਹ $1000 ਅਗਰ ਦਵੇ ਤੇ ਜਗ੍ਹਾ ਵੀ ਤੇ ਅਸੀਂ ਕੁਝ ਬਣਾ ਵੀ ਸਕਨੇ। ਜੀ ਜੀ ਹਜ਼ੂਰ 100 ਬੰਦਾ ਹੀ ਹੈ ਬਸ। ਤਕਰੀਬਨ ਰਾਉਂਡ ਬੋਰਡ ਕੋਈ 100 ਕੁ ਕਰ ਲਓ, ਤੇ ਇੰਨੀ ਕੋਈ ਮੁਸ਼ਕਲ ਤੇ ਨਹੀਂ ਸੀ ਹੈ ਕੋਈ ਐਡੀ ਕੋਈ ਬੜੀ ਕੋਈ $1000 ਯਾਰ ਇੰਨਾ ਵਾਸਤੇ ਕੋਈ ਕਰਨਾ ਕੋਈ ਮੁਸ਼ਕਲ ਹੈ ਦੱਸੋ? ਚਲੋ ਯਾਰ ਮੰਨ ਲੈਨੇ ਆ ਕੀ ਇਹਦਾ ਨਾਂ ਜੇ ਕਿ 1 ਮਹੀਨੇ ਦਾ ਘਰ ਖਰਚਾ ਹੀ ਨਾ ਦੇਣ, ਔਖਾ ਸੌਖਾ ਹੋ ਹੀ ਜਾਂਦਾ ਬੰਦਾ। ਕੀ ਇਹੋ ਹੀ ਸਮਝਣ ਕਿ ਬਈ ਸਾਨੂੰ ਮਿਲੇ ਹੀ ਨਹੀਂ। ਬਈ ਬੰਦੇ ਨਾਲ ਟ੍ਰੈਜਡੀ ਵੀ ਹੁੰਦੀ ਹੈ ਕਿ ਨਹੀਂ ਹੁੰਦੀ? ਇਹੋ ਹੀ ਸਮਝਣ ਬਈ ਸਾਡੇ ਜਿਹੜਾ ਸਾਨੂੰ ਮਿਲੇ ਹੀ ਖੋਣੀ ਯਾਰ। ਇਹ ਤੇ ਦਿਲ ਨੂੰ ਸਮਝਾਉਣ ਵਾਲੀ ਗੱਲ ਹੈ ਨਾ। ਅੱਛਾ ਜਿਹੜੇ ਬੈਠੇ ਜੇ ਨਾ ਉਹ ਜਿਨ੍ਹਾਂ ਦੇ ਕਾਗਜ਼ਾਤ ਵਿਚਾਰਿਆਂ ਦੇ ਨਹੀਂ ਬਣੇ, ਤੇ ਜਾਂ ਉਹਨਾਂ ਦੇ ਮੈਸੇਜ ਕੀ ਆਉਂਦੇ? ਉਹ ਆਉਂਦੇ ਨੇ ਸ਼ਾਹ ਜੀ ਤੁਸੀਂ ਦੁਆ ਬਸ ਕਰੋ ਸਾਡੇ ਕਾਗਜ਼ ਬਣ ਜਾਣ, ਅਸੀਂ ਪੱਕੇ ਹੋ ਜਾਈਏ, ਇਹ ਹੋ ਜਾਈਏ ਉਹ। ਫੇਰ ਵੇਖੋ ਮੈਂ ਇਕੱਲਾ ਹੀ ਕਰ ਦਿਆਂਗਾ। ਉਹਨਾਂ ਦੇ ਜਜ਼ਬਾਤ ਆ ਜਾਂਦੇ ਨੇ। ਤੇ ਅੱਛਾ ਕਰਨਾ ਉਹਨਾਂ ਨੇ ਵੀ ਕੁਝ ਨਹੀਂ, ਜੇ ਹੋ ਵੀ ਗਿਆ ਨਾ ਜਿਹੜੇ ਬਿਲਕੁਲ ਸੈਟਲ ਨੇ, ਜਿਹੜੇ ਕਾਗਜ਼ ਜਿਨ੍ਹਾਂ ਦੇ ਬਣੇ ਨੇ, ਉਹ ਨਹੀਂ ਜਦੋਂ ਕੁਝ ਕਰਦੇ ਪਏ ਤੂੰ ਕੀ ਕਰਨਾ ਬਈ? ਉਹ ਇੰਝ ਹੀ ਹੁੰਦਾ ਹੈ, ਉਹ ਕੰਮ ਖਰਾਬ ਹੋ ਜਾਂਦਾ। ਬੰਦਾ ਵਾਅਦੇ ਵੂਦੇ ਨਾ ਭੁੱਲ ਜਾਂਦਾ ਹੈ ਕਿ ਮੈਂ ਵਾਅਦੇ ਕੀ ਕੀਤੇ ਸਨ। ਇਹਦਾ ਫਿਰ ਇੱਕ ਹੱਲ ਹੈ ਮੌਲਾਨਾ ਸਾਹਿਬ ਕਿ ਅਸੀਂ ਜਿੰਨੇ ਭਰਾ ਇੱਥੇ ਬੈਠੇ ਹਾਂ ਇੱਕ WhatsApp ਗਰੁੱਪ ਵੀ ਬਣਾਇਆ ਜਾਵੇ, ਜਿਵੇਂ ਕਿਸੇ ਨੂੰ ਮਹੀਨੇ ਬਾਅਦ ਸੈਲਰੀ ਮਿਲਦੀ ਹੈ ਜੋ ਸਿਸਟਮ ਹੈ, ਤਾਂ ਕਿ ਮੈਸੇਜ ਉਸ ਗਰੁੱਪ ਵਿੱਚ ਕੀਤਾ ਜਾਵੇ। ਉਹ ਨਾ ਜੀ ਅਸ਼ਰਫ ਭਾਈ ਅਸੀਂ ਤੇ ਸਾਲ ਡੇਢ ਹੋ ਗਿਆ ਜੇ ਰਾਉਂਡ ਬੋਰਡ ਕੰਪੇਨ ਚਲਾਉਂਦੇ ਆ, ਤੇ ਬੜੇ ਸਾਰੇ ਤਜਰਬਾਤ ਕਰਕੇ ਵੇਖ ਚੁੱਕੇ ਆ, ਕੁਝ ਵੀ ਨਹੀਂ। ਤਾਂ ਕਿ ਮੈਂ ਕੱਲ ਦੀ ਗੱਲ ਜੇ ਆਪਣਾ ਜਾਇਜ਼ ਕੈਸ਼ ਕੀ ਹੁੰਦਾ ਵੇ ਕਿ ਉੱਥੇ ਤੁਸੀਂ 5 ਰੁਪਏ ਵੀ ਭੇਜ ਸਕਦੇ ਹੋ। ਬਿਲਕੁਲ ਜਾਇਜ਼ ਕੈਸ਼ ਦਾ ਆਪਣਾ ਉਹ ਭੇਜਿਆ ਵੇ ਮੈਂ, ਉਹ ਜਾਇਜ਼ ਕੈਸ਼ ਨੇ ਕੱਢਿਆ ਵੇ ਕਿ ਇੱਕ ਕੋਡ ਹੁੰਦਾ ਵੇ, ਉਹਨੂੰ ਇੰਝ ਸਕੈਨ ਕਰੋਗੇ ਤੇ ਜਿੰਨੇ ਪੈਸੇ ਮਰਜ਼ੀ ਉਹਦੇ ਤੇ ਸੈਂਡ ਤੁਸੀਂ ਕਰ ਸਕਦੇ ਹੋ। ਅੱਛਾ ਉਹ ਮੈਂ ਸੈਂਡ ਕੀਤਾ ਤੇ 1 ਰੁਪਿਆ ਨਹੀਂ ਜੀ ਆਇਆ। ਉਲਟਾ ਬੰਦੇ ਦਾ ਇੱਕ ਦਾ ਮੈਸੇਜ ਆਇਆ ਹੈ,
ਉਹ ਕਿਸੇ ਹੋਰ ਦਾ, ਯਾਨੀ ਇੱਕ ਬੰਦੇ ਨੇ ਉਹਨੂੰ ਚੁੱਕ ਕੇ ਆਪਣੇ ਕਿਸੇ ਗਰੁੱਪ 'ਚ ਸੈਂਡ ਕੀਤਾ, ਉਸ ਗਰੁੱਪ 'ਚੋਂ ਇੱਕ ਫਿਰ ਮੈਸੇਜ ਆਇਆ ਤੇ ਉਸ ਬੰਦੇ ਨੇ ਮੇਰੇ ਤੱਕ ਡਿਲੀਵਰ ਕੀਤਾ ਜੀ, ਲੋ ਜੀ ਅੱਜ ਕੱਲ ਨਾ ਫਰਾਡ ਚੱਲ ਰਹੇ ਨੇ, ਇਹ ਹੈ ਉਹ ਹੈ, तो ये क्या ਤੇ ਇਹ ਮੈਂ ਕਹਿੰਦਾ ਕਰ ਲਓ, ਕੀ ਕਰੀਏ ਦੱਸ। ਸਹੀ। ਹੁਣ ਇੱਥੇ ਰੋਲਾ ਆਇਆ ਵੇ, ਇੱਥੇ ਤੁਸੀਂ ਅਨਨੋਨ ਬੰਦੇ ਨੇ ਇਹੋ ਹੀ ਕਹਿਣਾ ਹੈ ਕਿ ਕੋਈ ਫਰਾਡ ਹੈ ਇਹ ਉਹ, ਤੇ ਜਿਹੜੇ ਨਾਊਨ ਨੇ, ਜਿਹੜੇ ਜਾਣਦੇ ਨੇ ਸਾਨੂੰ ਜਾਂ ਅਸੀਂ ਉਹਨਾਂ ਨੂੰ ਜਾਣਦੇ ਆ, ਤੇ ਪੈਗਾਮ ਤੇ ਅਸੀਂ ਉਹਨਾਂ ਤੱਕ ਹੀ ਪਹੁੰਚਾਉਣਾ ਨਾ, ਬਿਲਕੁਲ ਤੇ ਬਿਲਕੁਲ। ਉਹਨਾਂ ਦੀ ਕੈਫੀਅਤ ਅੱਗੋਂ ਇਹ ਵੇ ਕਿ ਉਹ ਤਵੱਜੋ ਹੀ ਨਹੀਂ ਦਿੰਦੇ। ਇਸ ਚੀਜ਼ ਤੇ ਸਾਰੇ ਭਰਾਵਾਂ ਨੂੰ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ। ਗੱਲ ਹੈ ਵੇ, ਇੱਧਰ ਵੇਖੋ, ਪਤਾ ਕੀ ਇਹ ਕੀ ਨਾਂ ਹੈ, ਅਸ਼ਰਫ ਭਾਈ, ਬੜੇ ਬੜੇ ਸਾਡੇ ਪਿਆਰੇ ਦੋਸਤ, ਮੈਨੂੰ ਪਤਾ ਵੀ ਉਹ ਬਹੁਤ ਕੁਝ ਕਰ ਸਕਦੇ ਨੇ, ਯਕੀਨ ਮੰਨਿਓ। ਖਤਮੇ ਨਬੂਵਤ ਸਾਡੇ ਫੋਰਮ ਦੀ ਤਾਰੀਖ ਹੈ, 10 15 15 20 ਸਾਲ ਹੋ ਗਏ ਨੇ ਉਹਨਾਂ ਨੂੰ ਸਾਡੇ ਨਾਲ ਲੱਗਿਆ, ਅੱਜ ਤੱਕ 1 ਰੁਪਈਏ ਦੇ ਰਵਾਦਾਰ ਨਹੀਂ ਹੋਏ ਉਹ, 1 ਰੁਪਈਏ। ਜੀ। ਉਂਝ ਪਿਆਰ ਮੁਹੱਬਤਾਂ ਬੜੀਆਂ ਨੇ, 1 ਰੁਪਈਏ ਦੇ ਰਵਾਦਾਰ ਨਹੀਂ ਹੋਏ ਸਾਡੇ। ਇਸ ਪੂਰੇ ਕੈਰੀਅਰ ਦੇ ਵਿੱਚ ਕੋਈ ਹਜ਼ਾਰਾਂ ਵਾਰੀ ਸਾਨੂੰ ਪੈਸੇ ਦੀ ਲੋੜ ਪਈ, ਬੜੇ ਬੜੇ ਕੰਮ ਕੀਤੇ ਅਸੀਂ, ਬੜੇ ਰਸਾਲਾ ਛਪਵਾਏ, ਕਿਤਾਬਾਂ ਛਪਵਾਈਆਂ, ਦੀਗਰ ਕੰਮ ਮਤਲਬ ਬੜੇ, ਤੇ ਕਦੀ 1 ਰੁਪਈਏ ਦੇ ਰਵਾਦਾਰ ਨਹੀਂ। ਇਨਸ਼ਾਅੱਲਾ ਤੇ ਦੱਸੋ ਨਾ ਯਾਰ, ਫਿਰ ਕੋਈ ਸਾਡੇ ਵੀ ਤੇ ਥੋੜਾ ਜਿਹਾ ਜ਼ੇਨ ਚ ਹੁੰਦਾ ਹੈ ਕਿ ਨਹੀਂ, ਅਸੀਂ ਵੀ ਆਖਰ ਇਨਸਾਨ ਆ, ਕੋਈ ਬਦਗੁਮਾਨੀ ਅਸੀਂ ਵੀ ਕਰ ਸਕਨੇ ਆ, ਸਾਡੇ ਨਾਲ ਵੀ ਸ਼ੈਤਾਨ ਹੈ, ਸਾਨੂੰ ਵੀ ਜ਼ੇਨ ਚ ਹੁੰਦਾ ਯਾਰ ਵੇਖ ਲਓ ਇਹ ਕੀ ਕਰਦੇ ਨੇ, ਲੇਕਿਨ ਮੇਰੀ ਆਦਤ ਨਹੀਂ, ਮੈਂ ਕਦੀ ਕਿਸੇ ਨੂੰ ਕੁਝ ਕਿਹਾ ਹੀ ਨਹੀਂ। ਸਹੀ। ਇਹ ਜਿਹੜੇ ਭਰਾ ਅਸੀਂ ਇੱਥੇ ਬੈਠੇ ਆ ਸਾਰੇ ਓਵਰਸੀਜ਼ ਨੇ ਕਿ ਕੋਈ ਪਾਕਿਸਤਾਨੀ ਵੀ ਹੈ ਇੱਥੋਂ ਮੁਰਸ਼ਦ ਨੂੰ ਕੱਢ ਕੇ? ਤਕਰੀਬਨ ਓਵਰਸੀਜ਼ ਨੇ, ਵਿੱਚ 1 2 ਪਾਕਿਸਤਾਨੀ ਹੋਣਗੇ। ਬਸ ਇਹ ਵੇ ਕਿ ਨਹੀਂ, ਇਹ ਹਜੇ ਤੇ ਚਲੋ 5 7 10 ਬੰਦੇ ਬੈਠੇ ਨੇ, ਅਸੀਂ ਤੇ ਵੱਡੇ ਵੱਡੇ ਪਲੇਟਫਾਰਮਾਂ ਤੇ, ਤੁਹਾਨੂੰ ਦੱਸਿਆ ਨਾ, 1.5 ਸਾਲ ਰਾਉਂਡ ਅਬਾਊਟ 1.5 ਸਾਲ ਹੋ ਗਏ ਹੈ ਜੀ ਇਹ ਕੰਪੇਨ ਚਲਾਉਂਦੇ ਆ। ਕੰਪੇਨ ਚਲਾਉਂਦੇ ਤੇ ਹਲੇ ਕੁਝ ਨਹੀਂ ਤੇ ਹੋਇਆ। ਹਜੇ ਤਕਰੀਬਨ ਮੇਰੇ ਕੋਲ ਨਾ ਯਕੀਨ ਜਾਨੋ ਰਾਉਂਡ ਅਬਾਊਟ ਕੋਈ 32 33 ਲੱਖ ਰੁਪਈਆ ਇਕੱਠਾ ਹੋਇਆ ਜੀ। ਬਸ ਹੁਣ 32 33 ਲੱਖ ਚ ਯਕੀਨ ਜਾਨੋ 5 ਮਰਲੇ ਜਗ੍ਹਾ ਨਹੀਂ ਹੁੰਦੀ ਪਈ। ਜੀ ਅਸੀਂ ਤੇ ਲੈਣੀ ਹੈ 2 ਕਨਾਲ ਲੈਣੀ ਹੈ, 2 ਕਨਾਲ ਲੈਣੀ, ਬਿਲਕੁਲ ਬਿਲਕੁਲ। ਅੱਛਾ ਸਾਰੇ ਮਤਲਬ ਮੈਂ ਹੁਣ ਪਤਾ ਕੀ, ਮੈਂ ਖਟਾਈ ਚ ਫਸ ਗਿਆ, ਨਾ ਹੀ ਇੱਧਰ ਜੋਗਾ ਨਾ ਹੀ ਉੱਧਰ ਜੋਗਾ। ਹੁਣ ਮੈਂ ਲਵਾਂ ਅਗਰ 5 ਮਰਲੇ ਜਗ੍ਹਾ, ਉਹ ਜਿਹੜੇ ਵਾਅਦੇ ਮੁਆਹਦੇ ਤੇ ਮੈਂ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਸੀ, ਉਹ ਕੀ ਮੈਂ ਮੂੰਹ ਵਹਾਵਾਂਗਾ ਕੌਮ ਨੂੰ? ਦੱਸੋ ਕਿ ਯਾਰ ਤੂੰ ਇਹ ਕੀ ਸਾਨੂੰ ਵਹਾਇਆ ਕੁਝ ਹੋਰ, ਕੀਤਾ ਕੁਝ ਹੋਰ। ਹੁਣ ਲੋਕਾਂ ਨੂੰ ਤਾਂ ਨਹੀਂ ਪਤਾ ਹੋਇਆ ਕੀ ਸੀ, ਬਿਲਕੁਲ ਅੰਦਰ ਦੇ ਮਾਮਲੇ ਤੇ ਮੈਂ ਹੈਂਡਲ ਕਰ ਰਿਹਾ, ਉਹ ਤੇ ਮੈਨੂੰ ਪਤਾ ਹੈ ਨਾ ਮੈਂ ਕਿਸ ਮਾਮਲਾ ਚ ਫਸਿਆ ਹਾਂ। ਬਿਲਕੁਲ। ਤੇ ਉਹ ਇਹ ਵੇ ਕਿ ਮੈਂ ਉਸੂਲੀ ਜਿਹੀ ਆਦਮੀ ਆ, ਉਸੂਲਾਂ ਦੇ ਉੱਤੇ ਮੈਂ ਚੱਲਣਾ ਵਾ। ਜੋ ਗੱਲ ਮੂੰਹ ਚੋਂ ਕੱਢੀ ਇਹ ਜੋਤ ਕੀਤਾ ਉਹਦੇ ਤੇ ਪੂਰਾ ਉਤਰਨਾ, ਬਸ ਠੀਕ ਹੋ ਗਿਆ ਇਨਸ਼ਾਅੱਲਾ। ਮੈਂ ਅਸੂਲਾਂ ਤੋਂ ਮੁਨਹਰਿਫ ਹੋਣ ਵਾਲਾ ਨਹੀਂ। ਜੀ ਜੀ ਜੋ ਅਸੂਲ ਹੈ ਉਹ ਅਸੂਲ। ਇਹ ਬਹੁਤ ਅੱਛੀ ਗੱਲ ਹੈ। ਇਹ ਸਾਰੇ ਭਰਾ ਆਪਣਾ ਮਾਈਕ ਔਨ ਕਰੋ, ਤੇ ਇਹ ਸਾਨੂੰ ਜ਼ਿੰਮੇਵਾਰੀ ਲੈਣੀ ਪੈਣੀ ਹੈ। ਨਹੀਂ ਉਹ ਨਹੀਂ, ਇਹ ਨਹੀਂ ਉਹ ਨਾ, ਮੈਂ ਇਹ ਜਿਹੜਾ ਕੰਮ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਕਦੇ ਕੀਤਾ, ਤੇ ਉਹ ਨਹੀਂ ਅੱਛਾ ਨਹੀਂ। ਜਰਨਲੀ ਅਸੀਂ ਇੱਕ ਮੈਸੇਜ ਦਿੰਦੇ ਹੁੰਦੇ ਆ, ਉਹ ਕੋਈ ਲੈ ਲਵੇ ਠੀਕ ਹੈ, ਨਾ ਲਵੇ ਇਹ ਸਭ ਨੂੰ ਪਤਾ ਜੇ ਹੈ ਜਿਹੜੀ ਗੱਲ ਹੋ ਰਹੀ ਹੈ ਨਾ, ਸਭ ਨੂੰ ਪਤਾ ਹੈ, ਬਿਹਤਰੀਨ ਹੈ। ਤੇ ਬਲਕਿ ਇਹਨਾਂ ਨਾਲੋਂ ਜ਼ਿਆਦਾ ਤੇ ਕਾਦੀਆਨੀਆਂ ਨੂੰ ਹੁਣ ਪਤਾ ਚੱਲ ਗਈਆਂ ਨੇ, ਜਿਹੜਾ ਸਾਡਾ ਮੁਖਾਲਫ ਤੇ ਦੁਸ਼ਮਣ। ਸਹੀ, ਉਹਨਾਂ ਨੂੰ ਇਹ ਚੀਜ਼ਾਂ ਪਤਾ ਚੱਲ ਗਈਆਂ ਨੇ। ਇੱਥੇ ਇਨਸ਼ਾਅੱਲਾ ਜ਼ਰੂਰ ਸ਼ਾਇਆ ਕਰਾਂਗੇ, ਤੇ ਇਨਸ਼ਾਅੱਲਾ ਅੱਲਾ ਹਿੰਮਤ ਵੀ ਦੇਵੇਗਾ। ਮੈਂ ਹੁੰਦਾ ਨਾ ਜੀ ਹਜ਼ਰਤ ਜੀ, ਕੋਈ ਪੀਰ ਹੁੰਦਾ, ਪੀਰੋ ਮੁਰਸ਼ਦ ਜਿਹਨੂੰ ਕਹਿੰਦੇ ਨੇ, ਹਜ਼ਰਤ ਪੀਰੋ ਮੁਰਸ਼ਦ। ਉਹ ਭਾਈ ਜੀ ਇਹਨਾਂ ਨੇ ਇੱਕ ਤੇ ਮੈਨੂੰ ਮੇਰੀ ਮੁਲਾਕਾਤ ਵਾਸਤੇ ਵੀ ਟਾਈਮ ਹੀ ਲੈਣਾ ਸਾਜੇ ਕਿ ਹਜ਼ਰਤ ਜੀ ਮੁਲਾਕਾਤ ਕਰਨੀ ਹੈ। ਹਜ਼ਰਤ ਜੀ ਮੇਰੇ ਕੋਈ 5 7 ਅਸਿਸਟੈਂਟ ਹੁੰਦੇ, ਮੇਰੇ ਤੱਕ ਇਹਨਾਂ ਦੀ ਰਸਾਈ ਨਾ ਹੁੰਦੀ, ਗੱਲ ਹੀ ਨਾ ਕਰ ਸਕਦੇ ਹੁੰਦੇ। ਫਿਰ ਇਹ
ਅਮਰੀਕਾ ਤੋਂ ਚੱਲ ਕੇ ਆਉਂਦੇ ਕਦੀ ਤੇ ਆ ਕੇ ਟਾਈਮ ਲੈ ਕੇ ਹੱਥ 'ਚ ਨਾਲੇ ਕੋਈ 5 ਸੂਟ ਮੇਰੇ ਹੁੰਦੇ, ਕੋਈ 10 ਕਿਲੋ ਮਠਿਆਈ ਦਾ ਮਠਿਆਈ ਡੱਬਾ ਹੁੰਦਾ। ਹੁੰਦੀ, ਹਾਂ ਤੇ ਨਾਲ ਇਹਨਾਂ ਨੇ ਕੋਈ 5 ਲੱਖ ਰੁਪਈਆ 10 ਲੱਖ ਵੀ ਰੱਖਣਾ ਸੀ। ਸਮਝ ਰਹੇ ਹੋ ਕਿ ਨਹੀਂ? ਜੀ ਜੀ ਬਿਲਕੁਲ। ਹਾਂ, ਉਹ ਬੜਾ ਆਸਾਨ ਹੈ। ਉਹ ਬੜਾ ਆਸਾਨ। ਹੁਣ ਇਹਦੇ ਵਾਸਤੇ ਤੁਹਾਨੂੰ ਪੀਰ ਬਣਨਾ ਪਏਗਾ। ਹੁਣ ਪੀਰ ਅਸੀਂ ਹੈ ਨਹੀਂ। ਦੱਸੋ ਬੋਲੇ ਯਾਰ, ਨੇ ਜੀ। ਮੈਂ ਤੇ ਖੁਦ ਸੁਣ ਕੇ ਹੈਰਾਨ ਹੋ ਗਿਆ। ਅਗਰ ਇੱਕ ਮਾਸ਼ਾਅੱਲਾ ਜਿੰਨਾ ਤੁਸੀਂ ਦੱਸ ਰਹੇ ਹੋ, ਜਾਂ ਜਿਵੇਂ ਮੈਂ ਲੋਕਾਂ ਕੋਲ ਸੁਣਿਆ ਨੈਟਵਰਕ ਨੇ, ਅੱਲਾ ਦੇ ਹੁਕਮ ਨਾਲ ਨੈਟਵਰਕ ਬੜਾ ਜਿੰਨਾ ਵੱਡਾ ਹੈ ਹੈ, ਸਾਡਾ। ਇੱਕ ਇਹ ਤੇ ਦੁਸ਼ਮਣ ਨੂੰ ਵੀ ਪਤਾ ਹੈ ਯਾਰ, ਦੁਸ਼ਮਣ ਵੀ ਇਸ ਚੀਜ਼ ਨੂੰ ਜਾਣਦਾ ਹੈ। ਉਹ ਆਂਦਾ ਹੈ ਇਹ ਖਤਮੇ ਨਬੂਵਤ ਦਾ ਸਭ ਤੋਂ ਵੱਡਾ ਹੈ ਸੋਸ਼ਲ ਮੀਡੀਆ ਦਾ ਨੈਟਵਰਕ ਮੁਫਤੀ ਮੁਬਸ਼ਰ ਸ਼ਾਹ ਦਾ ਹੈ। ਉਹਨਾਂ ਦੀ ਅਵਾਨਾ ਚ ਅੱਗ ਲੱਗੀ ਹੈ। ਲੇਕਿਨ ਏਡਾ ਵੱਡਾ ਨੈਟਵਰਕ ਹੋਣ ਦੇ ਬਾਵਜੂਦ ਤੁਸੀਂ ਇੱਕ ਛੋਟਾ ਜਿਹਾ ਇਦਾਰਾ ਨਾ ਬਣਾ ਸਕੋ, ਫਿਰ ਇਹ ਹੈ ਕਿ ਨਹੀਂ ਯਾਰ? 1000 ਇਹ ਬੰਦਾ ਸੋਚਣ ਵਾਲੀ ਅਗਰ, ਗੱਲ ਹੈ ਕਿ ਜੀ ਨਹੀਂ? ਜੀ ਬਿਲਕੁਲ ਸੋਚਣ ਵਾਲੀ ਗੱਲ ਹੈ। ਅਗਰ 1000 ਬੰਦਾ ਇਹ ਸਟੈਪ ਲੈ ਲਵੇ ਕਿ ਯਾਰ ਅਸੀਂ $100 ਦੇਣਾ ਸਿਰਫ, ਦੇਖੋ ਕਿੱਥੇ ਗੱਲ ਪਹੁੰਚ। ਕੁਝ ਵੀ ਨਹੀਂ ਯਾਰ, ਕੁਝ ਹੈ ਹੀ ਨਹੀਂ। 1000 ਬੰਦਾ ਅਗਰ ਇਹ ਸੋਚ ਲਵੇ ਕਿ ਅਸੀਂ $100 ਦੇਣਾ ਹੈ, ਤੇ ਅਗਰ ਫੋਰ ਐਗਜ਼ਾਮਪਲ ਮੈਂ ਖੁਦ ਤੇ ਵੀ ਲੈ ਕੇ ਜਾਵਾਂ ਇਹ ਚੀਜ਼, $100 ਕੀ, ਮੈਂ ਨਾ $1000 ਇਹਨਾਂ ਵਾਸਤੇ ਕੋਈ ਗੱਲ ਨਹੀਂ ਜਨਾਬ। $1000 ਕੋਈ ਸ਼ੈ ਨਹੀਂ। ਤੁਸੀਂ 50 ਫਰਮਾ ਰਹੇ ਹੋ, ਲੇਕਿਨ ਇੱਕ ਕੈਲਕੂਲੇਸ਼ਨ ਕਰੋ ਕਿ ਅਗਰ 1000 ਬੰਦਾ ਇਹ ਕਵੇ $100 ਤੇ ਅੱਲਾ ਦੇ ਬੰਦੇ, ਮੈਂ ਆਨਲਾਈਨ ਟੀਚਿੰਗ ਕਰਨਾ ਵਾ ਤੇ ਮੈਂ ਤੇ $100 ਇਹਨਾਂ ਕੋਲ ਫੀਸ ਲੈਂਦਾ ਰਿਹਾ, ਮਹਾਨਾ ਫੀਸ। ਸਹੀ, ਹਰ ਮਹੀਨੇ ਮੈਨੂੰ ਦਿੰਦੇ ਰਹੇ ਨੇ ਬੱਚੇ। ਹਾਂਜੀ। $100 ਇਹਨਾਂ ਵਾਸਤੇ ਕੀ ਟੈਨਸ਼ਨ? $100 ਕੋਈ ਚੀਜ਼ ਵੀ ਨਹੀਂ ਹੈ। ਹੁਣ ਫੋਰ ਐਗਜ਼ਾਮਪਲ ਮੈਂ ਮਲੇਸ਼ੀਆ 'ਚ ਬੈਠਾ, ਮੇਰੇ ਕਿੰਨੇ ਬਣ ਗਏ? $400 ਬਣ ਜਾਏਗਾ ਬਸ। ਅਗਰ ਆਪਣੇ ਜ਼ਿਹਨ ਨਾਲ ਹਰ ਇਨਸਾਨ ਇਹ ਬਿਠਾ ਲਵੇ ਕਿ ਯਾਰ ਅਸੀਂ ਇੱਕ $100 ਭੇਜਣਾ ਹੈ, ਤਾਂ ਵੇਖੋ ਕਿੱਥੇ ਗੱਲ ਜਾਂਦੀ ਹੈ। ਅਗਰ 100 ਬੰਦਾ, 1000 ਬੰਦਾ $100 ਭੇਜ ਦਿੰਦਾ ਹੈ, ਤੁਸੀਂ ਖੁਦ ਕੈਲਕੂਲੇਸ਼ਨ ਕਰੋ ਕਿ ਮਦਰਸਾ ਵੀ ਤਿਆਰ ਹੁੰਦਾ ਤੇ ਹਰ ਇੱਕ ਚੀਜ਼ ਆਪਣੇ। ਉਹ ਨਹੀਂ ਜੀ ਨਹੀਂ, ਇੰਨੀ ਉਹ ਬੜੀ ਲੰਬੀ ਚੌੜੀ ਛਲਾਂਗ। ਤੁਸੀਂ 1000 ਬੰਦਾ ਉਹਦੇ ਵਾਸਤੇ ਤੁਹਾਨੂੰ ਚਾਹੀਦਾ ਹੋਏਗਾ, ਬੜੀ ਮੁਸ਼ਕਲ ਜੀ। ਇਹਨਾਂ ਆਂਦੇ ਨੇ ਬਾਜ਼ੂ, ਇਹ ਬਾਜ਼ੂ ਮਾਰੇ ਅਜ਼ਮਾਏ ਹੋਏ ਹੈ। ਅਸੀਂ ਸਾਰਿਆਂ ਨੂੰ ਵੇਖੀਏ, ਪਰਖਿਆ ਵੇ, ਐਸੀ ਕੋਈ ਗੱਲ ਨਹੀਂ। ਦੇਨ ਮੇਰਾ ਵੀ ਕੋਈ ਇੰਜਦਾ ਹੀ ਸੀ। ਮੈਂ ਕਿਹਾ ਯਾਰ ਮੁਬਸ਼ਰ ਸ਼ਾਹ ਜਦੋਂ ਮੈਂ ਨਿਕਲਿਆ ਸੀ ਨਾ ਮਦੀਨਿਓਂ, ਮੇਰੇ ਦੇਨ ਚ ਆਇਆ ਸੀ, ਮੈਂ ਕਿਹਾ ਯਾਰ ਇੰਨਾ ਵੱਡੇ ਨੈਟਵਰਕ ਹੈ ਸਾਡਾ, ਤੇ ਅਗਰ ਮੈਂ ਕਿਸੇ ਇੱਕ ਬੰਦੇ ਨੂੰ ਵੀ ਕਵਾਂਗਾ ਤੇ ਯਾਰ 1000 ਤੂੰ ਦੇਣਾ, ਉਹਨੇ ਮੇਰੀ ਗੱਲ ਨੂੰ ਰੱਦ ਨਹੀਂ ਕਰਨਾ। ਅੱਛਾ, ਮੈਂ ਨਾ ਲਿਸਟਾਂ ਬਣਾਈਆਂ, ਫਿਰ ਮੈਂ 100 ਬੰਦੇ ਦਾ ਨਾਮ ਲਿਖਿਆ। ਮੈਂ ਕਿਹਾ ਇਹਨਾਂ ਨੂੰ ਯਕੀਨ ਜਾਨੋ ਜ਼ਰੂਰਤ ਨਹੀਂ ਪਈ ਕਿ ਉਹਨਾਂ ਨੂੰ ਮੈਂ, ਸਿਵਾਏ ਮਤਲਬ 3-4 ਕਾਲਾਂ ਤੋਂ ਜ਼ਿਆਦਾ ਕਾਲਾਂ ਹੀ ਨਹੀਂ ਹੋ ਪਾਈ, ਅੱਜ ਤੱਕ ਨਹੀਂ ਹੋ ਪਾਈ। ਸਹੀ। ਤੇ ਉਹਨਾਂ ਦਾ ਵੀ ਕੋਈ ਆਊਟਪੁੱਟ ਨਹੀਂ ਸੀ ਮਿਲੀ। ਇੰਜ ਦੇ ਨੇ ਨਾ ਬਸ, ਇੰਜ। ਤੁਸੀਂ ਹਿੰਮਤ ਨਹੀਂ ਹਾਰਨੀ, ਇਨਸ਼ਾਅੱਲਾ ਅੱਲਾਹ ਤਾਲਾ ਨਹੀਂ, ਜ਼ਰੂਰ ਹਿੰਮਤ ਕਾਮਯਾਬ ਕਰੇਗਾ। ਹਾਰ ਨਹੀਂ ਹੁੰਦੀ ਤੇ ਮੈਂ ਕਦੀ ਦੀ ਢੇਰੀਆਂ ਢਾਹ ਬੈਠਦਾ। ਨਹੀਂ, ਇਨਸ਼ਾਅੱਲਾ ਜ਼ਰੂਰ ਤਿਆਰ ਹੋਏਗਾ, ਇਹ ਜ਼ਰੂਰ ਤਿਆਰ ਹੋਏਗਾ। ਕੋਈ ਗੱਲ ਨਹੀਂ। ਅਸਲ ਦੇ ਵਿੱਚ ਰੌਲਾ ਵਿੱਚ ਹੈ ਇਹ, ਹੁਣ ਵੇਖੋ ਨਾ, ਪੀਰ ਅਫਜ਼ਲ ਕਾਦੀ ਸਾਹਿਬ ਰਹਿਮਤੁल्लाह ਅਲੈਹ ਫੌਤ ਹੋ ਗਏ, ਇਲਮੀ ਸ਼ਖਸੀਅਤ ਸਨ, ਹੋਰ ਉਲਮਾ ਜਾਂਦੇ ਨੇ ਪਏ, ਤੇ ਅਸੀਂ ਵੀ ਬਸ ਨੇੜੇ ਲੱਗਨੇ ਆ ਪਏ, ਤੇ ਬਸ ਥੋੜਾ ਜਿਹਾ ਅੱਲਾ ਕੋਲੋਂ ਇਹ ਮੋਹਲਤ ਮੰਗੀ, ਯਾ ਅੱਲਾ ਇਦਾਰਾ ਬਣਾ ਕੇ ਮੈਂ ਨਾ ਕੁਝ ਬਣਾਉਣਾ ਚਾਹੁੰਦਾ ਤੇ ਕੁਝ ਪੜ੍ਹਾਉਣਾ ਚਾਹੁੰਦਾ, ਤੇ ਕੋਈ 4 ਬੱਚੇ ਤਿਆਰ ਕਰੀਏ, ਸਿਰਫ ਇਹ ਲਾਲਚ ਜਾਈਏ ਕਿ ਸਾਡੀ ਆਖਰਤ ਸੋਰ ਜਾਏ ਤੇ ਅੱਲਾ ਰਾਜ਼ੀ ਹੋ ਜਾਏ। ਥੋੜਾ ਜਿਹਾ ਇੱਕ ਜ਼ੇਨ ਜਿਹਾ, ਹੋਰ ਕੋਈ ਗੱਲ ਨਹੀਂ। ਬੁਢਾਪੇ ਦੇ ਵਕਤ ਜਦੋਂ ਖੁਦ ਅਸੀਂ ਲੱਤਾਂ ਬਾਹਾਂ ਤੋਂ ਰਹਿ ਜਾਣਾ ਤੇ ਉਦੋਂ ਫਿਰ ਕੀ ਬੰਦਾ ਕਰ ਸਕਦਾ? ਪਹਿਲੇ ਹੁਣ ਤੇ ਚਲੋ ਹੱਡ ਪੈਰ ਚੱਲਦੇ ਨੇ ਪਏ, ਤੇ ਚਲੋ ਹੁਣ ਹੀ ਕੁਝ ਕਰ ਜਾਈਏ ਯਾਰ, ਜ਼ਿੰਦਗੀ ਮੌਤ ਦਾ ਕੀ ਪਤਾ। ਸਹੀ ਗੱਲ ਹੈ। ਸੋਹਣਾ ਕੁਝ ਕਰਕੇ ਤੇ ਹਜ਼ੂਰ ਦੇ ਬਾਰਗਾਹ ਚ ਹਾਜ਼ਰੀ ਹੋਏ ਤੇ ਮਜ਼ਾ ਤੇ ਆਏ ਨਾ ਯਾਰ, ਕਮ ਅਜ਼ ਕਮ, ਕਮ ਅਜ਼ ਕਮ ਅੱਲਾ ਰਸੂਲ ਦੀ ਗੱਲ ਹੋ ਰਹੀ ਹੋਏ ਸਾਡੇ ਇਦਾਰੇ ਚ, ਤਾਂ ਕਿੰਨਾ ਮਜ਼ਾ ਆਏਗਾ। ਕਬਰ ਚ ਰਹਿ ਕੇ ਵੀ ਮਜ਼ਾ ਆਏਗਾ। ਸਹੀ ਗੱਲ।
ਇਹ ਜਨਾਬ ਹਬੀਬ ਸਾਹਿਬ, ਇਹ ਕੰਪੇਨ ਜਿਹੜੇ ਕੋਈ ਸਾਡੇ 4 ਦੋਸਤ ਨੇ, ਉਹਨਾਂ ਨੂੰ ਮਜ਼ੀਦ ਕਹਿਣਾ ਪਏਗਾ, ਸਾਨੂੰ ਸਮਝਾਉਣਾ ਪਏਗਾ ਕਿ ਆਖਰਤ ਵਾਸਤੇ ਕੁਝ ਕਰੋ। ਤੇ ਪਲੀਜ਼ ਤੁਸੀਂ ਆਪਣਾ ਮਾਈਕ ਔਨ ਕਰੋ ਤੇ ਕੁਝ ਫਰਮਾਓ। ਹਬੀਬ ਭਾਈ ਜੀ 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 ਕੁਝ ਫਰਮਾਓ। ਜੀ ਮੈਂ ਤੇ ਬਸ ਇਹੀ ਗੁਜ਼ਾਰਿਸ਼ ਕਰਾਂਗਾ ਓਵਰਸੀਜ਼ ਪਾਕਿਸਤਾਨੀ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਹੁੰਦਾ ਕਿ ਯਾਰ ਇਹ ਤੁਹਾਡੇ ਵਾਸਤੇ ਕੁਝ ਵੀ ਨਹੀਂ ਹਕਮ ਨਹੀਂ। ਪਾਕਿਸਤਾਨ ਦੇ ਹਾਲਾਤ ਤੁਹਾਨੂੰ ਸਭ ਨੂੰ ਪਤਾ ਹੈ। ਪਾਕਿਸਤਾਨੀ ਵੀ ਜਿਹੜੇ ਆਪਣੀ ਇਸਤਾਦ ਦੇ ਮੁਤਾਬਕ ਜ਼ਰੂਰ ਬਰ ਜ਼ਰੂਰ ਕਰਨਗੇ ਇਨਸ਼ਾਅੱਲਾ ਤਾਲਾ। ਮਗਰ ਤੁਸੀਂ ਕਮ ਅਜ਼ ਕਮ ਇੰਨਾ ਕਰ ਦਿਓ ਕਿ ਯਾਰ ਜਗ੍ਹਾ ਤਾਂ ਖਰੀਦੀ ਜਾ ਸਕੇ। ਤੇ ਜਗ੍ਹਾ ਵਾਸਤੇ ਜ਼ਾਹਿਰੀ ਗੱਲ ਹੈ ਕਿ ਸਾਨੂੰ 2 ਕਰੋੜ ਰੁਪਏ ਦੀ ਜਿਹੜੀ ਨਾ ਜ਼ਰੂਰਤ ਹੈ। ਤੇ ਅਸੀਂ ਇਹ ਵੀ ਮੈਂ ਐਲਾਨ ਕਰਨਾ ਹੁੰਦਾ ਕਿ ਯਾਰ ਬਿਲਕੁਲ ਕਿਸੇ ਵੀ ਆਪਸ ਦੇ ਵਿੱਚ ਮੁਜਾਹਿਦੀਨ ਨੇ ਜਿਹੜੇ ਨੇ ਉਹ ਬਿਲਕੁਲ ਨਾ ਕਰਨ ਗੱਲ ਕਿ ਬਈ ਮੇਰੀ ਤਰਫੋਂ ਪੈਸੇ ਲੈ ਕੇ ਤੇ ਮੁਫਤੀ ਸਾਹਿਬ ਨੂੰ ਦੇ ਦਿਆ ਜੇ। ਨਹੀਂ, ਮੁਫਤੀ ਸਾਹਿਬ ਦਾ ਨੰਬਰ ਮੌਜੂਦ ਹੈ, ਡਾਇਰੈਕਟਲੀ ਪੈਸੇ ਉਹਨਾਂ ਨੂੰ ਦਿਓ ਤਾਂ ਕਿ ਉਹ ਜਗ੍ਹਾ ਵੇਖੋ ਨਾ। ਮੁਫਤੀ ਸਾਹਿਬ ਦੀ ਇੱਕ ਸਾਫ਼ ਗੱਲ ਜਿਹੜੀ ਉਹ ਮੈਨੂੰ ਨਜ਼ਰ ਆਈ ਹੁਣੇ, ਤੁਹਾਨੂੰ ਸਾਰਿਆਂ ਨੂੰ ਨਜ਼ਰ ਆਈ ਹੈ ਕਿ ਉਹਨਾਂ ਨੇ ਕਿਹਾ ਮੇਰੇ ਕੋਲ ਇੰਨੇ ਪੈਸੇ ਨੇ, 35-36 ਲੱਖ ਰੁਪਏ ਮਿਸਾਲ ਦੇ ਉੱਤੇ ਉਹਨਾਂ ਦੱਸਿਆ, ਤੇ ਉਹਨਾਂ ਕੋਲ ਹੈ ਨਹੀਂ। ਐ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਯਾਰ ਮੇਰੇ ਕੋਲ ਤੇ ਬਿਲਕੁਲ ਵੀ ਨਹੀਂ ਜੇ ਹੈ। ਉਹਨਾਂ ਜਿਹੜੇ ਇਕੱਠੇ ਹੋਏ ਨੇ ਉਹਨਾਂ ਨੇ ਸਾਫ਼ ਦੱਸਿਆ ਕਿ ਯਾਰ ਮੇਰੇ ਕੋਲ ਇੰਨੇ ਇਕੱਠੇ ਹੋਏ ਨੇ। ਤੇ ਓਵਰਸੀਜ਼ ਪਾਕਿਸਤਾਨੀ ਅਗਰ ਉੱਥੇ ਜਿਹੜੀ ਉਹਨਾਂ ਮਿਸਹੈਪ ਦੀ ਗੱਲ ਕੀਤੀ ਹੈ, ਮੈਂ ਇਸ ਮਾਮਲੇ ਨੂੰ ਕਾਫੀ ਅੱਛੀ ਤਰ੍ਹਾਂ ਸਮਝਦਾ ਕਿ ਓਵਰਸੀਜ਼ ਪਾਕਿਸਤਾਨੀ ਵਾਸਤੇ ਕਈਆਂ ਦੇ ਪੈਸੇ ਕੰਪਨੀਆਂ ਮਾਰ ਜਾਂਦੀਆਂ ਨੇ। ਕੰਪਨੀਆਂ ਪੈਸੇ ਮਾਰ ਜਾਂਦੀਆਂ ਨੇ, ਇਹ ਕੰਪਨੀਆਂ ਪੈਸੇ ਨਹੀਂ ਦਿੰਦੀਆਂ। ਔਰ ਉਸ ਮਹੀਨੇ ਕੀ ਹੁੰਦਾ ਹੈ ਕਿ ਘਰ ਇਤਲਾਹ ਆ ਜਾਂਦੀ ਹੈ ਕਿ ਜੀ ਇਸ ਵਾਰੀ ਪੈਸੇ ਸਾਨੂੰ ਨਹੀਂ ਜੇ ਮਿਲੇ, ਕੰਪਨੀ ਨੇ ਮਾਰ ਲਏ ਨੇ, ਕੰਪਨੀਆਂ ਨੱਸ ਜਾਂਦੀਆਂ ਨੇ। ਯਾਰ ਕਮ ਸੇ ਕਮ ਇਹ ਅਗਰ ਇੰਜ ਦਾ ਹੀ ਕੋਈ ਜ਼ੇਨ ਬਣਾ ਕੇ ਯਾਰ ਵੇਖ ਲਵੋ ਕਿ ਅਗਰ ਇਹ ਜ਼ੇਨ ਬਣਾ ਲਓ ਕਿ ਯਾਰ ਇਸ ਵਾਰੀ ਸਾਨੂੰ ਕੰਪਨੀ 'ਚੋਂ ਪੈਸੇ ਨਹੀਂ ਮਿਲੇ ਔਰ ਉਹ ਪੈਸੇ ਤੁਹਾਡੇ ਅਗਰ ਅੱਛੇ ਕੰਮ ਵਾਸਤੇ ਇਸਤੇਮਾਲ ਹੋ ਜਾਣ, ਤੁਹਾਡੇ ਆਉਣ ਵਾਲੀਆਂ ਨਸਲਾਂ ਨੂੰ ਵੀ ਉਹਦਾ ਅਜਰ ਸਵਾਬ ਮਿਲੇ, ਤੁਹਾਡੇ ਵਾਲਿदैन ਦੁਨੀਆ ਤੋਂ ਅਗਰ ਚਲੇ ਗਏ ਨੇ ਉਹਨਾਂ ਨੂੰ ਅਜਰ ਸਵਾਬ ਮਿਲੇ, ਫਿਰ ਜਿਨ੍ਹਾਂ ਦੇ ਵਾਲਿदैन ਮੌਜੂਦ ਨੇ ਉਹਨਾਂ ਵਾਸਤੇ ਜਾਂ ਕਿਸੇ ਆਪਣੇ ਭਾਈ ਵਾਸਤੇ, ਰਿਸ਼ਤੇਦਾਰ ਵਾਸਤੇ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਵਾਸਤੇ, ਆਉਣ ਵਾਲੀਆਂ ਨਸਲਾਂ ਵਾਸਤੇ, ਜਿਹੜੀਆਂ ਤੁਹਾਡੀ ਨਸਲਾਂ ਨੇ, ਜਿਹੜੇ ਬੱਚੇ ਨੇ ਉਹਨਾਂ ਦੀਆਂ ਨਸਲਾਂ ਵਾਸਤੇ ਇਹ ਅਜਰ ਸਵਾਬ ਜਿਹੜਾ ਉਹ ਚੱਲਦਾ ਰਹਿਣਾ। ਇਹ ਕੋਈ ਰੁਕਣਾ ਨਹੀਂ ਹੈ, ਇਹ ਸਦਕਾ ਜਾਰੀ ਹੈ। ਕਿਉਂਕਿ ਉੱਥੇ ਬੱਚੀਆਂ ਨੂੰ ਤਹੱਫਜ਼ ਮਿਲਣਾ ਹੈ, ਬੱਚਿਆਂ ਨੂੰ ਤਹੱਫਜ਼ ਮਿਲਣਾ ਹੈ, ਰਿਹਾਇਸ਼ ਮਿਲਣੀ, ਖਾਣਾ ਮਿਲਣਾ ਹੈ। ਔਰ ਜਿਹੜੇ ਨੌ ਮੁਸਲਿਮ ਲੋਕ ਹੋਣੇ ਨੇ, ਜਿਹੜੇ ਅੱਜ ਕੱਲ੍ਹ ਕਾਦੀਆਨੀ ਜਿਹੜੇ ਮੁਸਲਮਾਨ ਹੁੰਦੇ ਨੇ ਔਰ ਲੜਕੀਆਂ ਮੁਸਲਮਾਨ ਹੁੰਦੀਆਂ ਨੇ, 100% ਗੱਲ ਹੈ ਕਿ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਵੀ ਕਰਦੇ ਨੇ ਔਰ ਇਹ ਬਦਬਖਤ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਜ਼ਿਆਦਤੀਆਂ ਵੀ ਕਰਦੇ ਨੇ ਔਰ ਉਹਨਾਂ ਨੂੰ ਬਰਾਦਰੀ ਤੋਂ ਕਟਫ ਕਰਦੇ ਨੇ ਆਪਣੀ ਤੋਂ, ਪਰ ਉਹਨਾਂ ਦਾ ਨਾ ਤਹੱਫਜ਼ ਨਹੀਂ ਹੁੰਦਾ। ਔਰ ਉਹ ਫਿਰ ਇਸ ਖੌਫ ਤੋਂ ਵੀ ਨਾ ਕੁਛ ਲੋਕ ਕਾਦੀਆਨੀਅਤ ਨੂੰ ਛੋੜਨਾ ਚਾਹੁੰਦੇ ਨੇ, ਮਗਰ ਉਹ ਇਸ ਖੌਫ ਤੋਂ ਨਹੀਂ ਛੱਡਦੇ ਕਿ ਅੱਗੋਂ ਉਹਨਾਂ ਨੂੰ ਆਸਰਾ ਨਹੀਂ ਮਿਲਦਾ। ਇਹ ਉਹਨਾਂ ਦੇ ਆਸਰੇ ਵਾਸਤੇ ਵੀ ਕਰ ਰਹੇ ਕਿ ਯਾਰ ਕੋਈ ਨੌ ਮੁਸਲਿਮ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਆਸਰਾ ਮਿਲੇਗਾ, ਰਿਹਾਇਸ਼ ਮਿਲੇਗੀ, ਫਿਰ ਤਾਲੀਮ और तरबियत मिलेगी। अगर वो मुफ्ती बनना चाहता है मुफ्ती बन के निकलेगा, कोई बच्चा कोई बच्ची है कोई वो आलमा फाजला बनेगी, कुरान दी हिफ्ज़ो नाजरा उत्थे पढ़ाया जाना है, कुरान दी तालीम दिती जानी है, तो कम से कम ये बढ़ चढ़ के हिस्सा लेना चाहिए। अजकल वैसे भी रोजे ने, तो रोजे दे विच तुसी माशाअल्लाह बहुत ज़्यादा तुसी कढ़दे हो पैसे और इस पासे अगर तुसी कढ़ लोगे तो यार अपना ही इदारा बनना है, ਤੁਹਾਡਾ ਇੱਕ ਆਪਣੀ ਜ਼ਾਤ ਵਾਸਤੇ ਕਰੋਗੇ ਕਿ ਯਾਰ ਇਹ ਸਾਡੀ ਜ਼ਾਤ ਵਾਸਤੇ ਜਦੋਂ ਕਬਰ 'ਚ ਜਾਣਾ ਤੁਸੀਂ ਵੀ ਕਮ ਸੇ ਕਮ ਇਹ ਸੋਚੋਗੇ ਕਿ ਯਾਰ ਉਹ ਜਿਹੜੀ ਇੱਟ ਲੱਗੀ ਨਾ ਸਾਡੀ ਵੀ ਇੱਟ ਲੱਗੀ ਹੈ। ਹਜ਼ੂਰ ਦੀ ਬਾਰਗਾਹ ਜਾ ਕੇ ਇਹ ਵੀ ਤੁਸੀਂ ਆਪਣੀ ਅਰਜ਼ੀ ਪੇਸ਼ ਕਰ ਸਕਦੇ ਹੋ। ਹਜ਼ੂਰ ਪੁੱਛਣਗੇ ਤਾਂ ਜ਼ਰੂਰ ਨਾ ਕਿ ਕਰਕੇ ਕੀ ਆਇਆ, ਤੇ ਕਮਲੀ ਵਾਲੇ ਦੀ ਬਾਰਗਾਹ 'ਚ ਅਰਜ਼ ਤੇ ਕਰਾਂਗੇ ਨਾ, ਅੱਲਾ ਦੀ ਬਾਰਗਾਹ 'ਚ ਵੀ ਅਰਜ਼ ਹੋਏਗੀ, ਸੋਹਣਿਆ ਰੱਬਾ ਅਸੀਂ ਉਹ ਫਲਾਂ ਜਗ੍ਹਾ ਤੇ ਇੱਟ ਲਾਈ ਆ, ਸੋਹਣਿਆ ਰੱਬਾ ਅਸੀਂ ਉਹਨਾਂ ਉਸ ਜਗ੍ਹਾ ਖਰੀਦੀ ਸੀ, ਮੁਫਤੀ ਸਾਹਿਬ ਨੇ ਜਗ੍ਹਾ ਖਰੀਦੀ ਸੀ ਤੇ ਅਸੀਂ ਉਹਦੇ ਵਿੱਚ ਇਸ ਮਕਸਦ ਲਈ ਹਿੱਸਾ ਪਾਇਆ ਕਿ ਉਹ ਖਤਮੇ ਨਬੂਵਤ ਦਾ ਕੰਮ ਹੁੰਦਾ। ਖਾਸ ਤੌਰ ਤੇ ਜਿਹੜਾ ਜਾਮਿਆ ਦਾ ਨਾਮ ਰੱਖਿਆ ਗਿਆ ਨਾ, ਜਾਮਿਆ ਖਤਮੇ ਨਬੂਵਤ, ਇਹ ਹੀ ਬੜੀ ਵੱਡੀ ਗੱਲ ਹੈ। ਔਰ ਖਤਮੇ ਨਬੂਵਤ ਦਾ ਜਿਹੜਾ ਵੀ ਕੰਮ ਕਰਦਾ ਹੈ ਲੜਕਾ ਜਾਂ ਬੰਦਾ ਕਰਦਾ ਹੈ ਜਾਂ ਔਰਤ ਕਰਦੀ ਹੈ, ਪਿੱਛੇ ਨਬੀ ਆਲਮ ਸੱਲੱਲਾਹੁ अलैहि वसल्लम ਦੀ ਨਜ਼ਰ ਸ਼ਫਕਤ ਔਰ ਦਸਤੇ ਸ਼ਫਕਤ ਹੁੰਦਾ ਹੈ। ਤੇ ਗੁਜ਼ਾਰਿਸ਼ ਹੈ ਕਿ ਜਾਮਿਆ ਖਤਮੇ ਨਬੂਵਤ ਇਹ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਬੜੀ ਬਾਤ ਹੈ। ਪਲੀਜ਼ ਮਿਹਰਬਾਨੀ ਕਰੋ ਔਰ ਇਹਦੇ ਉੱਤੇ ਜ਼ਰੂਰ ਬਰ ਜ਼ਰੂਰ ਤਵੱਜੋ ਦਿਓ ਔਰ ਖਸੂਸੀ ਤੌਰ ਤੇ ਬਲਕਿ ਤੇਜ਼ੀ ਨਾਲ 100 ਬੰਦਾ
ਤੁਸੀਂ ਜ਼ਾਤੀ ਤੌਰ ਤੇ ਗਿਣ ਲਵੋ ਯਾਰ, ਗਰੁੱਪਾਂ 'ਚ ਦੇਖ ਲਵੋ ਕਿ ਇੱਕ 100 ਬੰਦਾ ਅਗਰ $1000 ਅਗਰ ਹਰ ਬੰਦਾ ਦੇ ਦੇਵੇ ਨਾ, ਹਜ਼ਾਰ ਡਾਲਰ, ਤੇ ਮੇਰਾ ਖਿਆਲ ਜਗ੍ਹਾ ਵੀ ਖਰੀਦੀ ਜਾ ਸਕਦੀ ਹੈ ਔਰ ਉਹਦੀਆਂ ਨੀਹਾਂ ਵੀ ਭਰੀਆਂ ਜਾ ਸਕਦੀਆਂ ਨੇ, ਜਾਂ ਥੋੜਾ ਬਹੁਤਾ ਉੱਥੇ ਕੰਮ ਹੋ ਸਕਦਾ ਹੈ। $1000 ਕੋਈ ਚੀਜ਼ ਨਹੀਂ ਹੈ। ਕੋਸ਼ਿਸ਼ ਕਰੋ, ਚਲੋ ਜਿਹੜਾ ਬੰਦਾ $1000 ਨਹੀਂ ਦੇ ਸਕਦਾ ਉਹ $500 ਤੇ ਦੇਵੇ। ਮਿਸਾਲ ਤੌਰ ਤੇ ਨਹੀਂ ਦੇ ਸਕਦਾ ਜੀ $1000, ਉਹ $500 ਕੱਢ ਦੇਵੇ, $500 ਅਗਲੇ ਮਹੀਨੇ ਕੱਢ ਦੇਵੇ। ਕੋਈ ਇਹਦੇ ਤੇ ਕਿਸੇ ਦੇ ਉੱਤੇ ਧੌਂਸ ਨਹੀਂ, ਕੋਈ ਕਿਸੇ ਤੇ ਕੋਈ ਇਸ ਤਰ੍ਹਾਂ ਧੌਣ ਤੇ ਗੋਡਾ ਨਹੀਂ ਰੱਖਿਆ। ਗੁਜ਼ਾਰੇ ਨੀਅਤ ਦੀ ਗੱਲ ਹੈ, ਪਰ ਨੀਅਤ ਕਰੋ ਯਾਰ। ਜਦੋਂ ਨੀਅਤ ਕਰ ਲਈ ਇਨਸ਼ਾਅੱਲਾ ਤਾਲਾ ਕੰਮ ਵੀ ਬਣ ਜਾਣਾ। ਜਿਹੜਾ ਬੰਦਾ ਕੋਈ ਅੱਛੇ ਕੰਮ ਦੀ ਨੀਅਤ ਕਰਦਾ ਨਾ, ਉਹਦੇ ਵਾਸਤੇ ਫਿਰ ਅੱਗੋਂ ਅੱਛਾ ਕੰਮ ਹੋ ਜਾਂਦਾ ਹੈ। ਹੁਣ ਮੈਨੂੰ ਮੁਫਤੀ ਸਾਹਿਬ ਦੀ ਗੱਲ ਸੁਣ ਕੇ ਮੈਨੂੰ ਥੋੜਾ ਜਿਹਾ ਹਾਸਾ ਵੀ ਆਇਆ। ਚਲੋ ਜੀ ਦੁਆ ਕਰੋ ਸਾਡੇ ਕਾਗਜ਼ ਬਣ ਜਾਣ। ਹੁਣ ਜਿਹਦੇ ਕਾਗਜ਼ ਹੀ ਨਹੀਂ ਬਣੇ, ਉਹ ਬੰਦਾ ਕਹਿ ਰਿਹਾ ਜੀ ਕਿ ਕਾਗਜ਼ ਬਣ ਜਾਣ ਮੈਂ ਇਕੱਲਾ ਹੀ ਸਾਰਾ ਕੁਝ ਕਰ ਦਿਆਂਗਾ। ਹਾਲੀ ਕਾਗਜ਼ ਨਹੀਂ ਬਣੇ, ਉਹਨੇ ਸੈਟਲ ਹੋਣਾ ਹੈ, ਤੇ ਸੈਟਲ ਹੋਣ ਤੋਂ ਬਾਅਦ ਉਹ ਕਹੇਗਾ ਜੀ ਮੈਂ ਕਰਾਂਗਾ। ਤੇ ਇਹ ਤੇ ਇੱਕ ਯਾਨੀ ਕਿ ਮਜ਼ਾਕ ਦੀ ਰੰਗ ਦੇ ਵਿੱਚ ਗੱਲ ਹੈ। ਮੈਂ ਨਹੀਂ ਇਹਨੂੰ ਸੀਰੀਅਸ ਗੱਲ ਨੂੰ ਸਮਝਾਂਗਾ, ਮੈਂ ਤਾਂ ਕਹਾਂਗਾ ਇੱਕ ਮਜ਼ਾਕ ਕਰ ਰਿਹਾ। ਤੇ ਅਗਰ ਤੁਸੀਂ ਸੈੱਟ ਹੋ, ਤੁਸੀਂ ਇੱਥੇ ਮਜ਼ਦੂਰੀ ਵੀ ਕਰਦੇ ਹੋ, ਕਾਗਜ਼ ਨਹੀਂ ਵੀ ਬਣੇ, ਕਮ ਸੇ ਕਮ ਆਪਣਾ ਕਾਰੋਬਾਰ ਤੇ ਕਰਦੇ ਪਏ ਹੋ ਨਾ, ਮਜ਼ਦੂਰੀ ਵੀ ਤੇ ਕਰਦੇ ਪਏ ਹੋ ਨਾ। ਅਗਰ ਡਾਲਰਾਂ 'ਚ ਪੈਸੇ ਲੈ ਰਹੇ ਹੋ ਜਾਂ ਦਿਰਮਾਂ 'ਚ ਲੈ ਰਹੇ ਹੋ ਜਾਂ ਰਿਆਲਾਂ 'ਚ ਲੈ ਰਹੇ ਹੋ, ਕਮ ਸੇ ਕਮ ਦੇਖੋ ਤੇ ਸਹੀ ਕਿ ਅਸੀਂ ਦਿਰਮ ਲੈ ਰਹੇ ਹਾਂ, ਰਿਆਲ ਲੈ ਰਹੇ ਹਾਂ, ਇਹਦੇ 'ਚ ਅਸੀਂ ਡਾਲਰ ਲੈ ਰਹੇ ਹਾਂ, ਪਾਉਂਡ ਲੈ ਰਹੇ ਹਾਂ। ਉਹਦੇ ਵਿੱਚੋਂ ਤੁਸੀਂ ਹਿੱਸਾ ਆਪਣਾ ਕੱਢਣਾ ਵੇ, ਤੇ ਹਿੱਸਾ ਜ਼ਰੂਰ ਬਰ ਜ਼ਰੂਰ ਲਵੋ। ਸਮਝਾਉਣਾ ਦੀ ਗੱਲ ਹੈ ਦਿਲ ਨੂੰ, ਇਹ ਦਿਲ ਨੂੰ ਸਾਰਾ ਸਮਝਾ ਕੇ ਮਜ਼ਬੂਤ ਕਰਕੇ ਤੇ ਯਾਰ ਇਸ ਕੰਮ ਨੂੰ ਅੱਗੇ ਜਿਹੜਾ ਨਾ ਕਰੋ। ਇਹ ਮੁਫਤੀ ਸਾਹਿਬ ਦੀ ਇੱਕ ਖਾਸ਼ ਹੈ, ਕਿ ਬਲਕਿ ਸਾਰੇ ਮੁਜਾਹਿਦੀਨ ਦੀ ਖਾਸ਼ ਹੈ, ਸਭ ਦੀ ਖਾਸ਼ ਹੈ। ਤੇ ਯਾਰ ਇਹਦੇ ਵਿੱਚ ਹਿੱਸਾ ਪਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਕੋਈ ਜ਼ਾਤ ਵਾਸਤੇ, ਆਪਣੀ ਜ਼ਾਤ ਵਾਸਤੇ ਕੋਈ ਨਹੀਂ ਮੰਗ ਰਿਹਾ। ਜਾਂ ਮੁਫਤੀ ਸਾਹਿਬ ਆਪਣੀ ਜ਼ਾਤ ਵਾਸਤੇ ਕਦੀ ਵੀ, ਮੈਂ ਜ਼ਿੰਦਗੀ ਦੇ ਵਿੱਚ ਮੇਰਾ ਜਿੰਨੀ ਦੇਰ ਤੱਕ ਮੇਰਾ ਤਲਕ ਰਿਹਾ, ਮੈਂ ਆਪਣੀ ਜ਼ਾਤ ਨੂੰ ਵੇਖਾਂਗਾ ਯਾਰ। ਮੇਰੇ ਹਯਾਤੀ ਦੇ ਵਿੱਚ ਜਾਂ ਜਿੰਨੀ ਦੇਰ ਤੱਕ ਮੈਂ ਮੁਨਸਲਿਕ ਹੋਇਆ, ਮੁਫਤੀ ਸਾਹਿਬ ਨੇ ਆਪਣੀ ਜ਼ਾਤ ਵਾਸਤੇ ਕਦੀ ਵੀ ਕੋਈ ਵੀ ਪੈਸਾ ਨਹੀਂ ਮੰਗਿਆ, ਅਲਹਮਦੁਲਿਲਾ। ਤੇ ਇਸ ਵਾਸਤੇ ਜ਼ਰਾ ਥੋੜਾ ਜਿਹਾ ਧਿਆਨ ਮਾਰੋ, ਆਪਣੀ ਜ਼ਾਤ ਵਾਸਤੇ ਨਹੀਂ, ਇਹ ਉਹਨਾਂ ਦਾ ਸਾਰੇ ਤੁਹਾਡੇ ਆਉਣ ਵਾਲੀਆਂ ਨਸਲਾਂ ਵਾਸਤੇ। ਇਹਦਾ ਅਜਰ ਸਵਾਬ ਸਿਰਫ ਮੁਫਤੀ ਸਾਹਿਬ ਨੂੰ ਨਹੀਂ ਮਿਲਣਾ, ਤੁਹਾਨੂੰ ਵੀ ਮਿਲਣਾ। ਤੁਹਾਡੀ ਵੀ ਕਬਰ ਠੰਡੀ ਹੋਣੀ ਹੈ। ਤੇ ਕੋਈ ਨਲਕੇ ਲਵਾ ਛੱਡਦਾ ਹੈ, ਕੋਈ ਸਬੀਲਾ ਲਵਾ ਛੱਡਦਾ ਹੈ। ਦੇਖੋ ਨਾ ਇੱਕ 12 ਰਬੀਉਲ ਅਵਲ ਸ਼ਰੀਫ ਆਉਂਦਾ ਹੈ, ਤੇ ਮੈਂ ਸਮਝਦਾ ਕਿ ਉੱਥੇ ਇੰਤਹਾ ਦੀਆਂ ਮਹਿਫਲਾਂ ਦੇ ਉੱਤੇ ਤੁਸੀਂ ਪੈਸੇ ਲਾਉਂਦੇ ਹੋ। ਮਹਿਫਲਾਂ ਦੇ ਅਸੀਂ ਖਿਲਾਫ ਨਹੀਂ, ਸਰਕਾਰ ਦੀਆਂ ਨਾ ਤਾਪੜੀਆਂ ਜਾਂਦੀਆਂ, ਹਜ਼ੂਰ ਅਲੈਹਿਸਸਲਾਮ ਦਾ ਜ਼ਿਕਰ ਹੈ, ਖੈਰ ਹੁੰਦਾ ਹੈ, ਮਗਰ ਉੱਥੇ 2-2 3-3 ਕਰੋੜ ਰੁਪਇਆ ਖਰਚ ਹੁੰਦਾ। ਪਹਿਲੇ ਹੁੰਦਾ ਸੀ ਹਜ਼ਾਰਾਂ 'ਚ ਖਰਚ, ਫਿਰ ਹੁੰਦਾ ਹੁਣ ਲੱਖਾਂ 'ਚ ਖਰਚ, ਲੱਖਾਂ ਤੋਂ ਬਾਅਦ ਉਹਨੂੰ ਕਰੋੜਾਂ 'ਚ ਆ ਗਿਆ। ਇੱਕ ਨਾਥ ਖਾਂ 5 ਲੱਖ ਰੁਪਏ ਲੈਂਦਾ, 5 ਲੱਖ ਰੁਪਇਆ। ਅਗਰ ਘੱਟੋ ਘੱਟ ਵੀ 5 ਲੱਖ ਰੁਪਏ ਕਰਾਚੀ ਤੋਂ ਆਵੇ ਤਾਂ ਨਾਲ ਜਹਾਜ਼ ਦੀ ਟਿਕਟ ਵੀ ਮੰਗੇਗਾ। ਮੈਂ 100% ਇਹਦਾ ਜ਼ਾਤੀ ਤੌਰ ਤੇ ਗਵਾਹ ਵਾਂ ਕਿ ਯੂਸਫ ਮੇਮਨ ਸਾਹਿਬ ਕਰਾਚੀ ਤੋਂ ਲਾਉਂਦੇ ਨੇ, ਤਸ਼ਰੀਫ ਲਿਆਉਂਦੇ ਸਨ, ਤੇ ਜਨਾਬ ਉਹ ਜਹਾਜ਼ ਦੀ ਟਿਕਟ ਮੰਗਦੇ ਸਨ ਸਾਡੇ ਕੋਲ ਹੀ, ਤੇ ਉਹ ਜਨਾਬ ਉਹਨਾਂ ਨੂੰ ਦੇਣੀ ਪੈਂਦੀ ਸੀ। ਉਹ ਬਿਨਾਂ ਮਤਲਬ ਕਿੱਥੋਂ ਕਰ ਲੈਂਦੇ ਨੇ। ਜਿਹੜੇ ਵੀ ਮਹਿਫਲਾਂ ਕਰਾਉਂਦੇ ਹੋ, ਕਮ ਸੇ ਕਮ ਇੱਕ ਵੈਸੇ ਵੇਖ ਲਵੋ ਕਿ ਯਾਰ ਅਸੀਂ ਛੋਟੀ ਮਹਿਫਲ ਕਰਾ ਲੈਂਦੇ ਹਾਂ, ਇਹ ਹਿੱਸਾ ਅਸੀਂ ਉੱਧਰ ਪਾ ਦਿੰਦੇ ਹਾਂ ਜਾਮਿਆਂ ਵੱਲ। ਨਾਤਾ ਦੇ ਉੱਤੇ ਤੁਸੀਂ ਇੰਨਾ ਖਰਚ ਕਰ ਦਿੰਦੇ ਹੋ ਨਾ, ਔਰ ਨਾਤਾ ਦੇ ਉੱਤੇ ਖਰਚ ਕਰੋ, ਇਹ ਨਹੀਂ ਕਿ ਨਹੀਂ ਕਰੋ, ਇਹ ਗਲਤ ਨਹੀਂ, ਮਗਰ ਖਤਮੇ ਨਬੂਵਤ ਵਾਸਤੇ ਵੀ ਕੰਮ ਕਰੋ। ਔਰ ਫਿਰ ਇਸ ਤਰ੍ਹਾਂ ਜਿਵੇਂ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਹੀ ਕੋਈ ਐਸਾ ਪ੍ਰੋਗਰਾਮ ਰੱਖ ਲੈਂਦੇ ਹੋ, ਉਲਮਾਏ ਦੀਨ ਨੂੰ ਬੁਲਾਉਂਦੇ ਹੋ, ਔਰ ਦੇਗਾਂ ਸ਼ੇਗਾਂ ਵੀ ਪਕਾਉਂਦੇ ਹੋ, ਸਾਰਾ ਕੁਝ ਕਰਦੇ ਹੋ, ਉਹਦਾ ਵੀ ਅਜਰ ਸਵਾਬ ਹੈ, ਇਹ ਨਹੀਂ ਕਿ ਨਹੀਂ ਹੈ। ਮਗਰ ਜਾਮਿਆ ਖਤਮੇ ਨਬੂਵਤ ਵਾਸਤੇ ਜ਼ਰੂਰ ਬਰ ਜ਼ਰੂਰ ਕਰੋ ਯਾਰ ਜੀ। ਬਹੁਤ ਸ਼ੁਕਰੀਆ, ਅੱਲਾਹ ਪਾਕ ਜਜ਼ਾਏ ਖੈਰ ਤਾ ਫਰਮਾਏ। ਗੱਲ ਤੇ ਆਵੇ ਕਿ ਕਿਸੇ ਦੇ ਦਿਲ 'ਚ ਗੱਲ ਉਤਰ ਜਾਏ, ਉਹ ਬੜੀ ਗੱਲ ਏ, ਤੇ ਜਦੋਂ ਕਿਸੇ ਦੇ ਦਿਲ 'ਚ ਗੱਲ ਉਤਰ ਗਈ ਨਾ, ਬੇੜੇ ਪਾਰ ਹੋ ਜਾਣਗੇ। ਤੇ ਮੈਂ ਆਪਣੀ ਜ਼ਾਤ ਦੀ ਗੱਲ ਕਰਾਂਗਾ ਕਿ ਦੇਖੋ ਮੈਂ ਕੀ ਸਦਕੀ ਬਣ ਗਿਆ। ਮੈਂ ਪੁਲਿਸ ਦਾ ਮੁਲਾਜ਼ਮ ਸਾਂ, ਰਿਸ਼ਵਤ ਲੈਣਾ ਸਾਂ, ਰਿਸ਼ਵਤ ਖੋਰ ਸਾਂ, ਤੇ ਮੈਨੂੰ ਇਹ ਮੁਫਤੀ ਸਾਹਿਬ ਦੇ ਪੱਲਾ ਫੜਿਆ, ਤੇ ਮੈਨੂੰ ਆਕਾ अलैहिस्सलातु वस्सलाम ਦਾ ਯਕੀਨ ਕਰੋ ਇਹਨਾਂ ਨੇ ਆਸ਼ਿਕ ਬਣਾ ਛੜਿਆ। ਇਹ ਛੋਟਾ ਇਨਾਮ ਹੈ, ਇਹ ਬਹੁਤ ਬੜਾ ਇਨਾਮ ਹੈ, ਅਲਹਮਦੁਲਿਲਾ। ਔਰ ਮੈਂ ਜ਼ਾਤੀ ਮੈਂ ਕਹਿ ਰਿਹਾ ਕਿ ਮੈਂ ਵੀ ਮਿਰਜ਼ਾ ਇੰਜੀਨੀਅਰ ਬਦਬਖਤ ਨੂੰ ਖੰਜੀਰ ਨੂੰ ਸੁਣਨ ਵਾਲਾ ਸਾਂ, ਤੇ ਮੈਂ ਨਫ਼ਰਤ, ਇੰਤਹਾ ਦੀ ਸ਼ਦੀਦ ਨਫ਼ਰਤ ਕਰਨਾ, ਇਹਨੂੰ ਕਹਿੰਦੇ ਨੇ ਬਦਲਾਓ, ਇਹਨੂੰ ਕਹਿੰਦੇ ਨੇ ਕਿਸੇ ਦਾ ਪੱਲਾ ਫੜ ਲਈਏ ਨਾ, ਤੇ ਫਿਰ ਉਹ ਬੰਦਾ ਜਿਹੜਾ ਨਾ ਉਹ ਰੰਗਿਆ ਜਾਂਦਾ। ਇਸ ਵਾਸਤੇ ਇਸ ਕੰਮ ਦੇ ਵਿੱਚ ਭਰਪੂਰ ਹਿੱਸਾ ਲਵੋ, ਭਰਪੂਰ ਹਿੱਸਾ ਲਵੋ,
ਤੇ ਇਨਸ਼ਾ ਅੱਲਾਹ ਤਾਲਾ ਮੇਰਾ ਈਮਾਨ ਵੀ ਕਹਿੰਦਾ ਹੈ, ਮੇਰਾ ਵਜਦਾਨ ਵੀ ਕਹਿੰਦਾ ਹੈ, ਮੈਂ ਹਜ਼ੂਰ ਦੀ ਬਾਰਗਾਹ ਅਕਦਸ ਦੇ ਵਿੱਚ ਅਰਜ਼ਾਂ ਵੀ ਬੜੀਆਂ ਹੀ ਕਰਕੇ ਆਏ ਹਾਂ, ਇੱਕੋ ਚੀਜ਼ ਮੰਗੀ ਹੈ ਹਜ਼ੂਰ अलैहिस्सलातु वस्सलाम ਦੀ ਬਾਰਗਾਹ 'ਚ ਖਤਮ ਜਾਮਿਆ ਖਤਮ ਨਬੂਵਤ। ਕਿਉਂਕਿ ਮੁਫਤੀ ਸਾਹਿਬ ਦਾ ਇੱਕ ਪੈਗਾਮ ਸੀ ਕਿ ਜਾਮਿਆ ਖਤਮ ਨਬੂਵਤ ਅਤਾ ਹੋ ਜਾਏ ਤੇ ਉਸ ਤੋਂ ਬਾਅਦ ਮਦੀਨਾ ਸ਼ਰੀਫ 'ਚ ਹਾਜ਼ਰੀ ਹੋ ਜਾਏਗੀ। ਅੱਲਾਹ ਪਾਕ ਇਹ ਸਾਡਾ ਜਿਹੜਾ ਮਿਸ਼ਨ ਹੈ, ਅੱਲਾਹ ਪਾਕ ਇਸ ਨੂੰ ਕਾਮਯਾਬੀ ਅਤਾ ਫਰਮਾਏ। ਮੇਰਾ ਖਿਆਲ ਹੈ ਕਿ ਇਹ ਜਿਹੜਾ ਪੈਗਾਮ ਹੈ ਇਨਸ਼ਾਅੱਲਾ ਸਭ ਤੱਕ ਪਹੁੰਚ ਗਿਆ ਹੋਏਗਾ। ਜੀ ਅਸ਼ਰਫ ਭਾਈ, ਜੀ ਕਾਸ਼ਫ ਭਾਈ ਮੌਜੂਦ ਹੋ? ਕਾਸ਼ਫ ਭਾਈ ਬੜੀ ਦੇਰ ਦੇ ਇਸ ਆਈਡੀ ਤੋਂ ਬੈਠੇ ਨੇ ਪਰ ਖਾਮੋਸ਼ ਨੇ, ਪਤਾ ਨਹੀਂ ਸੌਂ ਗਏ ਨੇ। ਜੀ ਅਸ਼ਰਫ ਭਾਈ ਬੋਲੋ। ਅਹਿਮਦ ਭਾਈ ਮੌਜੂਦ ਹੋ ਤੁਸੀਂ? ਜੀ ਖਾਨ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? जी जी माशाल्लाह हबीब रहमान भाई पूरी आ रही है आवाज, बिल्कुल साफ सुथरी आ रही ਉਹ है। ਖਾਨ ਸਾਹਿਬ ਮਾਜ਼ਰਤ ਮੈਂ ਹੁਣ ਤਵੱਜੋ ਕੀਤੀ, ਤੁਸੀਂ ਵੀ ਤਸ਼ਰੀਫ ਫਰਮਾਓ। ਕੀ ਹਾਲ है से ठीक है? जी अल्हम्दुलिल्लाह शाह जी, आपकी दुआ है, बस अल्लाह पाक की जात का करम है, ਮਾਸ਼ਾਅੱਲਾ शुक्र है जी अल्लाह ਮਾਸ਼ਾਅੱਲਾ ताला ਜੀ। का। ਇਹ ਖਾਨ ਸਾਹਿਬ ਨਵੇਂ ਸਾਡੀ ਟੀਮ ਨੂੰ ਇਹਨਾਂ ਨੇ ਜੁਆਇਨ ਕੀਤਾ ਹੈ, ਖਤਮ ਨਬੂਵਤ ਫੋਰਮ ਨੂੰ, ਤੇ ਅੱਲਾਹ ਸਲਾਮਤੀਆਂ ਤਾ ਫਰਮਾਏ। ਵੈਸੇ ਇਹ ਵੇ ਕਿ ਖਾਨ ਸਾਹਿਬ ਸਾਨੂੰ ਨਾ ਲੋਕੀ ਛੱਡ ਬੜੀ ਜਲਦੀ ਜਾਂਦੇ ਜੇ। नहीं शाह जी देखें, आपने मुझे कहा था कि अपनी आईडी चेंज करो, दूसरी आईडी लगाओ जो न्यूट्रल हो ना, तो मैंने अपनी आईडी भी चेंज कर दी। ਨਹੀਂ ਮੈਂ मैंने ਵੈਸੇ क्या ਇੱਕ सी ਗੱਲ आईडी ਕਰ ਰਿਹਾ ਵਾ, ਮੈਂ जी ਕਿਹਾ जी बिस्मिल्लाह। ਨਜ਼ਰ ਨਾ ਲੱਗ ਜੇ ਤੇ ਅੱਗੇ ਜਾ ਕੇ ਨਾ ਹਾਲਾਤ ਕੁਝ ਦੇ ਕੁਝ ਹੋ ਜਾਂਦੇ ਨੇ ਤੇ ਉਹ ਫਿਰ ਦੋਸਤ ਸਾਨੂੰ ਪਿਆਰੇ ਜਿਹੜੇ ਨੇ ਭੁੱਲ ਜਾਂਦੇ ਨੇ। शाह जी ਹਜ਼ੂਰ ਖਾਨ ਸਾਹਿਬ ਜਿਹੜੇ ਨੇ ਨਾ ਮਾਸ਼ਾਅੱਲਾ ਇੰਨੇ ਕੁ ਐਕਟਿਵ ਨੇ ਕਿ ਯਕੀਨ ਕਰੋ ਕਿ ਇਹ ਹਵਾਲੇ ਇੰਜ ਪੇਸ਼ ਕਰਦੇ ਨੇ ਕਿ ਸਾਨੂੰ ਇੰਜ ਯਾਦ ਕਰਾਉਂਦੇ ਨੇ ਹਵਾਲਾ ਕਿ ਛੱਡ ਗੱਲਾਂ ਦਿਓ, ਇੰਨੇ ਕੁ ਐਕਟਿਵ ਹੈਗੇ ਨੇ। ਅਲੱਗ ਰਾਜ਼ੀ ਹੋ ਜਾਣ, ਉਹਨਾਂ ਨੂੰ ਰਾਜ਼ੀ ਕਰਨ ਵਾਸਤੇ ਤੇ ਵੇਖੋ ਇਹ ਸਾਰੇ ਅਸੀਂ ਕਰ ਰਹੇ ਹਾਂ। ਹਾਂਜੀ, ਤੇ ਬਸ ਹੋਰ ਕੋਈ ਨਹੀਂ, ਕੋਈ ਲਾਲਚ ਨਹੀਂ, ਕੋਈ ਤਮਾ ਨਹੀਂ, ਸਿਰਫ ਮਾਲਕਾਂ ਦੀ ਰਜ਼ਾ ਚਾਹੀਦੀ ਹੈ ਸਾਨੂੰ। ਮਾਲਕੋ ਤੁਸੀਂ ਰਾਜ਼ੀ ਹੋ ਜਾਓ। अस्सलाम वालेकुम हजूर ਜੀ ਅਮਰ ਭਾਈ वालेकुम सलाम। की हाल है हजूर शान? ठीक ठाक जी? अल्लाह शुक्र, तू सुना भाई खैरियत है? बिल्कुल हजूर शान फिट फाट तुहाडियां दुआवां, शुक्र अल्लाह दा, उस मालिक दी जात दा जिन्ना शुक्र किया जाए उन्ना ही थोड़ा हजूर। हाँ, ठीक है। ਜੀ ਅਮਰਵਾਨ ਸਾਹਿਬ ਤੁਸੀਂ ਕਿੱਥੇ ਹੁੰਦੇ ਹੋ? ਭਲਾ ਤੁਸੀਂ ਕਿੱਥੇ ਹੁੰਦੇ ਹੋ, ਕਿਹੜੇ ਮੁਲਕ ਚੋਂ? मैं जर्मन ਮਾਸ਼ਾਅੱਲਾ जी ਜ਼ਬਰਦਸਤ। ਪੈਗਾਮ ਤਾਂ ਤੁਸੀਂ ਸੁਣ ਹੀ ਲਿਆ ਹੋਣਾ ਸਾਰਾ, ਹੈ ਨਾ? जी भी मैं हजूर शान दा पैगाम पहले तो सुनिया, मैं बीबा ही भुलिया नहीं। ਤੇ ਮੈਂ ਥੋੜਾ ਜਿਹਾ ਇੱਕ ਕੰਮ ਹਜ਼ੂਰ ਵਾਲਾ ਸ਼ਾਨ ਨੇ ਕਿਹਾ ਸੀ, ਇਨਸ਼ਾਅੱਲਾ ਉਹਦੇ ਪਿੱਛੇ ਲੱਗਾ। ਮੈਂ ਕਹਿੰਦਾ ਉਹ ਹੋ ਜੇ ਤੇ ਫਿਰ ਬਾਅਦ ਚ ਸਾਰਾ ਕੁਝ ਹੋ ਜਾਏ। ਤੇ ਉਹਦੀ ਖੁਸ਼ਖਬਰੀ ਮੈਂ ਥੋੜੇ ਦਿਨਾਂ ਤੱਕ ਸੁਣਾਵਾਂਗਾ ਹਜ਼ੂਰ ਵਾਲਾ ਸ਼ਾਨ ਨੂੰ। अल्लाह खैर फरमाए जी, अल्लाह आफियत फरमाए। वाला शान सेहत भी है ठीक है, ਮੈਨੂੰ ਲੱਗਦਾ ਜ਼ੁਕਾਮ ਹੋਇਆ। ओ कोई नहीं है सज्जन, ਅੱਲਾਹ ਤਾਲਾ सेहत। ओए मालक चमड़ी देड़ लैन यार, राजी हो जान, चमड़ी देड़ लैन, पुट लैन चमड़ी। इन नजला तो काम की शे कुछ भी नहीं। और भी भाई सब ठीक ठाक? काश भाई बड़े खामोश बैठे।
ਆਸ਼ਿਫ ਭਾਈ ਸੁੱਤੇ ਪਏ ਨੇ ਮੇਰਾ ਖਿਆਲ ਹੈ। ਜੀ ਉਹ ਗੁਜ਼ਾਰਿਸ਼ ਇਹ ਕਿ ਆਮਰ ਭਾਈ, ਮੈਂ ਮੁਫਤੀ ਸਾਹਿਬ ਨਾਲ ਬਲਕਿ ਗੱਲ ਕਰਨੀ ਸੀ ਹਜ਼ੂਰ। ऐसे भी अल्लाह दे वली गुजरे ने कि शाह शमस तबरेज ने शायद ਤੁਸੀਂ ਫਰਮਾ ਦਿਆ ਜੇ ਕਿ ਜਿਨ੍ਹਾਂ ਦੇ ਜਿਸਮ ਨੂੰ ਕੀੜੇ ਪੈ ਗਏ ਸਨ ਹਜ਼ੂਰ। ਉਹਨੇ ਨੇ ਕੀੜੇ ਕਿਸੇ ਨੂੰ ਵੀ ਨਹੀਂ ਪਏ ਜੀ ਤੇ ਉਹ ਜ਼ਰਾ ਬਿਆਨ ਕਰ ਦਿਆ ਜੀ ਹਜ਼ੂਰ। ਕੀੜੇ ਕਿਸੇ ਨੂੰ ਵੀ ਨਹੀਂ ਪਏ, ਉਹ ਬਸ ਐਵੇਂ ਲੋਕਾਂ ਨੇ ਨਾ ਮਸ਼ਹੂਰ ਕੀਤੀਆਂ ਨੇ ਔਲੀਆ ਅੱਲਾ ਦੀ ਤਰਫ ਗਲਤ ਗੱਲਾਂ। ਬਾਬਾ ਬੁੱਲੇ ਸ਼ਾਹ ਦੇ ਬਾਰੇ ਮਸ਼ਹੂਰ ਕਰ ਛੜਿਆ ਜੀ, ਉਹ ਕੰਜਰੀਆਂ ਦੇ ਕੱਪੜੇ ਪਾ ਕੇ ਨੱਚਦੇ ਹੁੰਦੇ ਸਨ। ਐਵੇਂ ਯਾਰ ਔਲੀਆ ਅੱਲਾ ਦੀ ਤਰਫ ਗਲਤ ਗੱਲਾਂ ਦੁਨੀਆ ਨੇ ਮਸ਼ਹੂਰ ਕੀਤੀਆਂ ਨੇ, ਸਿਰਫ ਆਪਣੇ ਡਰਾਮੇਬਾਜ਼ੀ ਲੁਕਾਉਣ ਵਾਸਤੇ। ਸ਼ਰਾਬੀ ਹੈ ਜਿਹੜਾ ਉਹ ਪੇਸ਼ ਕਰਦਾ ਹੈ ਪਿਆ ਬਿਸ਼ਰੇ ਹਾਫੀ ਨੂੰ ਕਿ ਉਹ ਵੀ ਸ਼ਰਾਬੀ ਸਨ। ਚਲੋ ਤੇ ਨੱਚਣ ਟੱਪਣ ਵਾਲੇ ਉਹ ਬੁੱਲੇ ਸ਼ਾਹ ਨੂੰ ਪੇਸ਼ ਕਰਦੇ ਜੇ ਪਏ ਕਿ ਉਹ ਅਗਰ ਨੱਚਦੇ ਟੱਪਦੇ ਸਨ ਤੇ ਸਾਨੂੰ ਕੀ ਹੁੰਦਾ। ਗਲਤ ਗੱਲਾਂ ਐਵੇਂ ਮਸ਼ਹੂਰ ਕਰਦੇ ਨਹੀਂ ਇਹ ਔਲੀਆ ਅੱਲਾ ਦੀ ਤਰਫ। ਯਾਰ ਕੋਈ ਸ਼ਰਮ ਨਹੀਂ, ਕੋਈ ਹਿਆ ਨਹੀਂ, ਖੁਦਾ ਦੀ ਕਸਮ ਕੌਮ ਨੂੰ। ਜਿਹੜਾ ਯਾਰ ਤੂੰ ਗਲਤ ਕਰਨਾ ਪਿਆ ਤੂੰ ਕਹਿ ਮੇਰਾ ਹੈ ਕਸੂਰ ਹੈ, ਤੂੰ ਭਲਾ ਨਾਲ ਵਿੱਚ ਔਲੀਆ ਅੱਲਾ ਨੂੰ ਵਿੱਚ ਡਾਲਿਆ। ਚੰਗੀ ਸ਼ਰਾਫਤ ਹੈ ਯਾਰ। ਦੁਨੀਆ ਸ਼ਾਨ ਗੱਲ ਇਹ ਹੈ ਕਿ ਗੁਸਤਾਖੀ ਕਰਨ ਤੇ ਬਾਜ਼ ਨਹੀਂ ਹੋਣਗੇ। ਹਾਂਜੀ ਜਿਨ੍ਹਾਂ ਦੀ ਕੰਮ ਅਕਲੀ ਹੋਵੇ ਨਾ, ਜਿਨ੍ਹਾਂ ਨੂੰ ਅੱਲਾਹ ਤਾਲਾ ਦੇ ਕਹਿ ਦਿੱਤਾ ਕਿ ਮੈਂ ਇਹਨਾਂ ਦੇ ਦਿਲਾਂ ਤੇ ਮੋਹਰਾਂ ਲਾਤੀਆਂ, ਉਹ ਫਿਰ ਗੁਸਤਾਖੀ ਕਰਨ ਤੇ ਬਾਜ਼ ਨਹੀਂ ਨਾ ਹੋਣਗੇ। ਕਿੱਥੇ ਬਾਤ ਆਣਾ ਬਸ ਕਿਸਮਤ ਮੁਕੱਦਰ ਵੀ ਹੈ ਜਿਹਦੇ ਨਾ ਕੁਝ ਉਹਨਾਂ ਨੇ ਬਾਜ਼ ਕੋ ਨਹੀਂ ਆਣਾ ਹੈ। ਗੱਲ ਮੈਂ ਕਰਨ ਲੱਗਾ ਸੀ, ਗੱਲ ਕਿਤੇ ਹੋਰ ਟੁੱਟ ਗਈ। ਯਕੀਨ ਜਾਨੋ ਅੱਜ ਕੱਲ ਤੇ ਪਤਾ ਨਹੀਂ ਰਮਜ਼ਾਨ ਚ ਹੋ ਰਿਹਾ ਕਿ ਨਹੀਂ, ਮੈਂ ਗੌਰ ਨਹੀਂ ਕੀਤਾ। ਉਹ ਕੁੜੀਆਂ ਨੱਚਦੀਆਂ ਟੱਪਦੀਆਂ ਨਹੀਂ, ਮੁੰਡੇ ਨਹੀਂ, ਕੰਜਰੀਆਂ ਕੰਜਰ ਬੈਠੇ ਹੁੰਦੇ ਨੇ ਤੇ ਕਿੰਨੀ ਉਹਨਾਂ ਨੂੰ ਲੋਕੀ ਸਪੋਰਟ ਕਰ ਰਹੇ ਹੁੰਦੇ ਨੇ। ਯਾਨੀ ਹੁਣ ਉਹ ਸ਼ੇਰ ਇੱਕ ਭੇਜਦੇ ਨੇ, ਸ਼ੇਰ। ਹੁਣ ਉਹ ਸ਼ੇਰ ਨਾ ਪਾਕਿਸਤਾਨੀ ਕੋਈ ਬੰਦਾ ਇਹਦੇ ਪਿਆ ਤਕਰੀਬਨ ਕੋਈ 30,000 ਰੁਪਏ ਦਾ, ਰਾਉਂਡ ਬੋਰਡ 27-28,000 ਰੁਪਏ ਦਾ। ਉਹ ਸ਼ੇਰਾਂ ਦੇ ਸ਼ੇਰ, ਉਹ ਮੈਂ ਕਿਹਾ ਵੇਖ ਸਿਰਫ ਕੰਜਰੀ ਦੇ ਨੱਚਣ ਦੇ ਉੱਤੇ ਉਹ ਸ਼ੇਰ ਸੁੱਟਦਾ ਪਿਆ ਉਹ ਕੰਜਰੀ ਨੂੰ। ਯਾਰ ਇਹ ਕੌਮ ਦੀ ਹਾਲਤ ਆ ਗਈ ਜੇ, ਕਿੰਨੀ ਪਤਲੀ ਹਾਲਤ ਖੁਦਾ ਦੀ ਕਸਮ ਹੋ ਗਈ ਹੈ। ਤੁਸੀਂ ਵੇਖੋ ਹੈ ਤੇ ਇਹਦੇ ਨਾਲ ਹੀ ਕੋਈ ਮਿਸਾਲ ਕੋਈ ਖਾਤੂਨ ਕੋਈ ਤਲਾਵਤ ਲਾ ਕੇ ਬੈਠੀ ਹੈ ਅਗਰ, ਜਾਂ ਮਤਲਬ ਕੋਈ ਨਾਤ ਸੁਣਾ ਰਹੀ ਹੈ ਤੇ ਉਹਨੂੰ ਕੁਝ ਨਹੀਂ ਹੈ। ਅੱਲਾਹ ਰਸੂਲ ਦੀ ਗੱਲ ਹੋਏਗੀ ਕੁਝ ਵੀ ਨਹੀਂ। ਹੁਣ ਉਹ ਵਿਚਾਰੀ ਜਿਹੜੀ ਏ ਉਹ ਮਜਬੂਰ ਏ, ਉਹ ਕਿੰਜਦੀ ਉਹਦਾ ਕੀ ਮਾਮਲੇ ਨੇ, ਉਹ ਪਰਦਾ ਕਰਕੇ ਬੈਠੀ ਏ ਜਾਂ ਜੋ ਵੀ ਉਹਦਾ ਹਿਸਾਬ ਏ। ਤੇ ਨਹੀਂ ਤੂੰ ਮੂੰਹ ਸਾਨੂੰ ਵਹਾ, ਪਹਿਲੇ ਤੂੰ ਆਪਣਾ ਜਿਸਮ ਵਹਾ, ਫਿਰ ਤੇਰੇ ਉੱਤੇ ਅਸੀਂ ਨੋਟ ਨਿਛਾਵਰ ਕਰਾਂਗੇ। ਹੈ ਵੇਖੋ ਨਾ ਤੁਸੀਂ ਕੌਮ ਦੀ ਹਾਲਤ ਵੇਖੋ, ਖੁਦਾ ਦੀ ਕਸਮ ਕਿੱਥੇ ਤੱਕ ਪਹੁੰਚ ਗਏ ਨੇ। ਯਾਰ ਤੂੰ ਉਹਦੀ ਮਦਦ ਕਰਨੀ ਸੀ, ਅਗਰ ਤੂੰ ਵਾਕਈ ਸਮਝਣਾ ਉਹ ਕੋਈ ਜ਼ਰੂਰਤਮੰਦ ਉੱਤੇ ਉਂਝ ਤੂੰ ਮਤਲਬ ਕਰਦੇ ਉਹਨੂੰ ਨਾਲ ਕੋਈ ਥੋੜੀ ਜਿਹੀ ਉਹਨੂੰ ਉਹ ਪਿੱਛੇ ਪਰਦਾ ਹੁੰਦੀ। ਇੰਜ ਦੀਆਂ ਮਦਦਾਂ ਪਿੱਛੇ ਪਰਦਾ ਹੁੰਦੀਆਂ, ਕੌਮ ਨੂੰ ਪਤਾ ਵੀ ਨਹੀਂ ਹੁੰਦਾ ਮਦਦ ਕੀਤੀ ਕਿੰਨੇ। ਤੇ ਨਾਲ ਉਹਨੂੰ ਕੋਈ ਹਦਾਇਤ ਵੀ ਕਰਕੇ ਮੇਰੀ ਭੈਣ ਮੇਰੀ ਬੇਟੀ ਇਹ ਕੰਮ ਸਹੀ ਨਹੀਂ ਹੈ, ਠੀਕ ਹੈ, ਇਹ ਕੰਮ ਤੂੰ ਜੋ ਕਰ ਰਹੀ ਹੈ ਸਹੀ ਨਹੀਂ ਹੈ। ਲੇਕਿਨ ਨਹੀਂ, ਉਹ ਕੰਜਰ ਤਮਾਸ਼ਬੀਨ ਨਾਲ ਰਲ ਜਾਂਦੇ ਨੇ। ਓਏ ਹੋਏ ਹੋਏ, ਮੈਂ ਨਾ ਯਾਰ ਕਿਆ ਇਹਨਾਂ ਦੀਆਂ ਬੇਟੀਆਂ ਨਹੀਂ ਹੈ, ਕਿਆ ਇਹ ਬੇਟੀਆਂ ਵਾਲੇ ਨਹੀਂ? ਉਹ ਖੁਦਾ ਦੀ ਕਸਮ ਜਿਹਦੀ ਬੇਟੀ ਹੁੰਦੀ ਹੈ ਉਹ ਤੇ ਝੁਕ ਜਾਂਦਾ ਹੈ ਯਾਰ। ਅਗਰ ਉਹ ਕੱਲ ਤੱਕ ਮਿਸਾਲ ਹੈ ਕਿਸੇ ਦੀ ਭੈਣ ਬੇਟੀ ਦੇ ਉੱਤੇ ਨਜ਼ਰ ਕਰਦਾ ਸੀ, ਲੇਕਿਨ ਆਪਣੀ ਜਦੋਂ ਉਹਦੀ ਬੇਟੀ ਹੋ ਜਾਂਦੀ ਹੈ ਨਾ, ਉਹ ਬੜੇ ਬੜੇ ਸੁਧਰਦੇ ਅਸੀਂ ਵੇਖੇ ਨੇ, ਬੜੇ ਬੜੇ ਬੇਹਯਾ ਬਾਹਯਾ ਬਣ ਜਾਂਦੇ ਸਿਰਫ ਬੇਟੀ ਦੀ ਪੈਦਾਇਸ਼ ਦੀ ਵਜ੍ਹਾ ਤੋਂ। ਤਾਂ ਹੀ ਤੁਹਾਨੂੰ ਰਹਿਮਤ ਕਿਹਾ ਗਿਆ, ਉਹ ਰਹਿਮਤ ਹੈ, ਰਹਿਮਤਾਂ ਲੈ ਕੇ ਆਉਂਦੀ। ਇਹ ਨਹੀਂ ਕਿ ਇਹਨਾਂ ਦੀਆਂ ਬੇਟੀਆਂ ਨਹੀਂ ਹੁੰਦੀਆਂ, ਸਭ ਹੁੰਦਾ ਹੈ, ਲੇਕਿਨ
ਬਗੈਰਤ, ਜ਼ਮਾਨੇ ਦੇ ਬੇਗੈਰਤ। ਚੱਲ ਅਗਰ ਉਹਦੀ ਸ਼ਾਦੀ ਨਹੀਂ ਹੋਈ ਤੇ ਉਹਦੀ ਭੈਣ ਤੇ ਹੋਏਗੀ, ਕਿ ਭੈਣ ਵੀ ਕੋਈ ਨਹੀਂ ਸੁਣ। ਚੱਲ ਭੈਣ ਵੀ ਨਹੀਂ ਤੇਰੀ ਹੈ ਤੇ ਮਾਂ ਤੇ ਹੈ ਹੀ ਕਿ ਨਹੀਂ ਹੈ, ਕਿ ਕਿਸੇ ਤੂੰ ਤੈਨੂੰ ਪੱਥਰ ਦੇ ਵਿੱਚੋਂ ਜਾਂ ਦਰਖਤ ਦੇ ਵਿੱਚੋਂ ਨਿਕਲੇ ਹੈ ਤੂੰ। ਲੇਕਿਨ ਬਗੈਰਤੀ ਜਦੋਂ ਆ ਜਾਏ ਨਾ, ਉਹ ਹੱਡਾਂ ਦੇ ਵਿੱਚ ਰਚ ਬਸ ਜਾਏ, ਉਹਦਾ ਕੋਈ ਹੱਲ ਨਹੀਂ ਹੁੰਦਾ। ਫਿਰ ਉਹ ਬਗੈਰਤੀ ਹੱਡਾਂ 'ਚ ਰਚੀ ਬਸੀ ਇਹਨਾਂ ਦੇ। जी जी मुर्शिद बिल्कुल बजा फरमा रहे हो। पनिशमेंट ऐसी ऐसी करवाते ने तौबा ना अस्तगफिरुल्लाह के इंसान वेख नहीं सकता। ਹਾਂਜੀ ਹਾਂਜੀ ਹਾਂਜੀ। ਉਹ ਮੈਂ ਨਵਾਂ ਉਹ ਯਾਰ ਓਏ ਹੋਏ ਸ਼ਰਮ ਨਾਲ ਡੁੱਬ ਮਰਦੇ ਨੇ। ਕਦੀ ਕਦੀ ਅਸੀਂ ਵੀ ਫੋਰ ਯੂ ਤੇ ਚਲਦੇ ਫਿਰਦੇ ਨਜ਼ਰ ਪੈ ਹੀ ਜਾਂਦੀ ਏ। ਅਸੀਂ ਵੀ ਐਸੇ ਜ਼ਮਾਨੇ 'ਚ ਹੀ ਰਹਿੰਦੇ ਆ, ਐਸੇ ਟਿਕਟਾਕ ਨੂੰ ਯੂਜ਼ ਕਰਨੇ ਆ। ਓਹੋ ਮੈਂ ਵੇਖ ਵੇਖ ਕੇ ਹੈਰਾਨ ਹੁੰਨਾ ਵਾਂ। ਮੈਂ ਨਾ ਫਿਰ ਉਹ ਬੇਗੈਰਤ ਕਿਸਮ ਦੇ ਲੜਕੇ, ਓਏ ਯਾਰ ਤੁਹਾਨੂੰ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਯਾਰ। ਅੱਛਾ ਫੇਰ ਹੈਰਤ ਦੀ ਗੱਲ ਹੈ ਵੀ ਕੋਈ ਇੱਕ ਵੀ ਉਹਨਾਂ ਨੂੰ ਸਮਝਾਉਣ ਵਾਲਾ ਨਹੀਂ, ਸਾਰੇ ਹੀ एक भी नहीं, सारे उजते ਯਾਰ रले हुए ਕੋਈ होते ਇੱਕ ने ਤੇ बिल्कुल। ਸਮਝਾਏ ਕਿ ਤੂੰ ਬਗੈਰ ਤਾਂ ਕੀ ਕਰਨਾ ਹੈ ਪਿਆ। ਲੇਕਿਨ ਨਹੀਂ, ਉਹ ਉੱਤੋਂ ਨਾ ਉਹਦੀ ਸਪੋਰਟ ਕਰਦੇ ਨੇ ਕਿ ਸਹੀ ਹੈ ਨੱਪ ਕੇ ਰੱਖ। ਉਹ ਫਿਰ ਨਾ ਥੱਲੇ ਕਮੈਂਟਾਂ ਦੇ ਵਿੱਚ ਵੀ ਇੰਜ ਕਰਕੇ ਕਹਿੰਦੇ ਨੇ ਕਿ ਇਸ ਕੁੜੀ ਕੋਲੋਂ ਇਹ ਵਾਲੇ ਇਹ ਕੰਮ ਕਰਾ। हाँ, बिल्कुल बिल्कुल ਹਾਂਜੀ। इस तरह ही। ਤੇ ਉਹ ਫਿਰ ਨਾ ਆਂਦਾ ਮੈਨੂੰ ਫਲਾਂ ਮੇਰਾ ਗਿਫਟਰ ਏ ਜਿਹਨੇ ਮੈਨੂੰ ਇਹ ਸ਼ੇਰ ਭੇਜਿਆ। ਤੇ ਉਹ ਆਂਦਾ ਪਿਆ ਕਿ ਇਹ ਨਾ ਤੂੰ ਕੰਨ ਫੜ ਕੇ ਤੇ ਇੰਜ ਕਰ। ਓਏ ਹੋਏ ਓਏ ਹੋਏ, ਔਰਤ ਦੀ ਤਜ਼ਲੀਲ ਯਾਰ। ਯਾਰ ਉਹ अगले दिन ਵਿਚਾਰੀ ਤੇ ਚੱਲ बिल्कुल। ਮਜਬੂਰ ਏ, ਜਾਂ ਚਲੋ ਉਹਦੇ ਨਾਲ ਸ਼ੈਤਾਨ ਏ, हाँ ਤੇ बिल्कुल। ਜੋ ਵੀ ਏ ਚਲੋ ਮੰਨ ਲੈਨੇ ਆ, ਕੁਝ ਵੀ ਮੰਨ ਲੈਨੇ ਆ। हाँ ਲੇਕਿਨ जी। ਤੂੰ ਉਹਦਾ ਤੂੰ ਜਿਹੜਾ ਨਜਾਇਜ਼ ਫਾਇਦਾ ਉਠਾ ਰਿਹਾ ਜਾਂ ਜੋ ਤੂੰ ਕਰ ਰਿਹਾ, ਕਿਆ ਤੂੰ ਸਹੀ ਕਰ ਰਿਹਾ ਹੈ? ਉਹ ਤੇ ਲੜਕੀ ਹੈ, ਬੇਵਾ ਹੋ ਸਕਦੀ, ਹੋ ਸਕਦਾ ਉਹਦੇ ਨਹੀਂ 100 ਹੋ ਮਾਂ। ਸਕਦਾ हाँ ਯਾਰ, 100 हो सकता है, 100 मजबूरी तो बजाय ਮਜਬੂਰੀ उन्हें ਕਰ ਲੋ यानी ਜਾਂ कि ਇੰਜ कुछ। ਕਰ ਲੋ कि हाँ ਬਿਲਕੁਲ ਵੀ ਸਹੀ ਹੈ, ਜੈਨੂਨ ਉਹ ਕੰਜਰੀ ਹੈ, हाँ ਜੈਨੂਨ ਕਰ जी ਲੈਂਦੇ ਆ ਅਸੀਂ। जी। ਤੇ ਕਿਆ ਤੂੰ ਕੰਜਰੀਆਂ ਦੇ ਨਾਲ ਕੰਜਰ ਬਣ ਜਾਏਗਾ ਹੈ? ओए होए। ਸੋਚ ਲੈਂਦੇ ਆ ਅਸੀਂ। हाँ। ਅਗਲੇ ਦਿਨ ਮੁਰਸ਼ਿਦ ਇੱਕ ਬਰੋਡ ਦੇਖੀ ਹੈ, ਉਹਨੂੰ ਕਹਿ ਰਿਹਾ ਸੀ ਕਿ ਅਗਰ ਇਹ ਤੂੰ ਪਨਿਸ਼ਮੈਂਟ ਨਹੀਂ ਕਰਨੀ ਤੇ ਇਹਦਾ ਤੋਂ ਇੱਥੇ ਆਪਣੀ ਸ਼ਕਲ ਨਹੀਂ ਦਿਖਾਣੀ ਤੂੰ। ਲੇਕਿਨ ਉਹ ਮੈਂ ਵੇਖ ਰਿਹਾ ਸੀ ਲੜਕੀ ਨੂੰ ਕਿ ਜਿਵੇਂ ਦਾ ਕਿ ਬੜੀ ਮਜਬੂਰੀ ਤੋਂ ਆ ਕੇ, ਕਿ ਜਿਵੇਂ ਉਹਨੂੰ ਪੈਸਿਆਂ ਦੀ ਜ਼ਰੂਰਤ ਹੈ, ਆਹਾ ਤੇ ਉਹ ਉਹਨੂੰ ਕਹਿ ਰਿਹਾ ਅੰਡਾ ਫੜ ਤੇ ਆਪਣੇ ਬਰੇਜ਼ਰ ਦੇ ਅੰਦਰ ਪਾ ਕੇ ਤੇ ਉੱਥੇ ਤੋੜ। ਓਏ ਹੋਏ ਇਸ ਤਰ੍ਹਾਂ ਦੀਆਂ ਪਨਿਸ਼ਮੈਂਟਾਂ ਨੇ ਇਹਨਾਂ ਦੀਆਂ ਬਗੈਰਤਾਂ ਦੀਆਂ। ਓਏ ਜ਼ਾਲਮੋ ਓਏ ਹੋਏ ਉਹ ਅੱਗੋਂ ਕਹਿ ਰਹੀ ਨਹੀਂ ਕੋਈ ਚੇਂਜ ਕਰ, ਕੋਈ ਹੋਰ ਦੱਸ। ਅੱਲਾ ਮੇਰੇ ਅੱਲਾ ਓਏ ਹੋਏ ਓਏ ਹੋਏ। ਤੇ ਮੇਰਾ ਇਮਾਨ ਹੈ ਮੁਸਲਮਾਨ। ਦੇਖ ਕੇ ਸ਼ਰਮਾਏ ਯਹੂਦ। ਹਾਂ ਖੁਦਾ ਦੀ ਕਸਮੇ ਤੁਸੀਂ ਆਪਣੇ ਉੱਤੇ ਗੌਰ ਕਰੋ ਮੁਸਲਮਾਨੋ। ਉਧਰ ਵੇਖੋ, ਉਧਰ ਗਜ਼ਾ ਦੇ ਵਿੱਚ, ਉਧਰ ਫਲਸਤੀਨ ਦੇ ਵਿੱਚ ਮੁਸਲਮਾਨ ਲੜਕਿਆਂ ਨੂੰ, ਬੱਚਿਆਂ ਨੂੰ ਜ਼ਿਬਾ ਕਰ ਰਹੇ ਨੇ ਉਹ ਗਾਜਰ ਮੂਲੀ ਦੀ ਤਰ੍ਹਾਂ। ਉਹ ਕੋਈ ਸ਼ਾਇਦ 1 ਲੱਖ ਦੇ ਕਰੀਬ ਸ਼ਹਾਦਤਾਂ ਹੋ ਚੁੱਕੀਆਂ ਨੇ। ਲੇਕਿਨ ਇਹਨਾਂ ਦੇ ਟਸ ਤੋਂ ਮਸ ਨਹੀਂ ਜੇ, ਕੁਝ ਨਹੀਂ ਇਹਨਾਂ ਨੂੰ ਪਤਾ, ਕੁਝ ਨਹੀਂ, ਆਪਣੇ ਮਸਤ। ਇਹਨਾਂ ਨੂੰ ਨਹੀਂ ਪਤਾ, ਕੁਝ ਨਹੀਂ ਪਤਾ ਕੀ ਜ਼ਮਾਨੇ ਤੇ ਕੀ ਹੋ ਰਿਹਾ ਹੈ ਨਾ। ਇਹਨਾਂ ਨੇ ਟਸ ਤੋਂ ਮਸ ਨਹੀਂ ਹੋਣਾ। ਅੱਲਾ ਮਾਫ ਕਰੇ, ਲੇਕਿਨ ਮੈਂ ਕਹਿੰਦਾ ਇਮਾਨ ਵਾਲਾ ਇਨਸਾਨ ਇਸ ਤਰ੍ਹਾਂ ਨਹੀਂ ਕਰ ਸਕਦਾ। ਉਹ ਪਤਾ ਨਹੀਂ ਕਿਹੜੀ ਨਸਲ ਹੈ ਜਿਹੜੀ ਹੈ ਮੁਰਸ਼ਿਦ ਬੈਠੀ ਹੋਈ ਹੈ। ਅੱਲਾ ਹੀ ਜਾਣਦਾ, ਪਤਾ ਨਹੀਂ ਕਿਹੜੀ ਨਸਲ ਹੈ, ਕਿੱਥੋਂ ਉੱਠ ਕੇ ਆਏ ਨੇ ਜਿਹੜੇ ਇਸ ਤਰੀਕੇ ਕੰਮ ਕਰ ਰਹੇ ਨੇ। ਅੱਲਾ ਤੁਹਾਨੂੰ ਨਾ ਵਿਖਾਏ। 1-2 ਹਰਾਮ ਦੇ ਐਸੇ ਅਬਰੋਡਾਂ ਤੇ ਬੈਠੇ ਹੋਏ ਨੇ ਤੇ ਲੋਕ ਇੰਨੇ ਕੁ ਉਹਨਾਂ ਨੂੰ ਗਿਫਟਰ ਕਰ ਰਹੇ ਨੇ। ਉਹ ਤੋਬਾ ਨਾ ਅਸਤਗਫਿਰੁल्लाह ਕਿ ਉਹ ਆਜ਼ਾਦ ਦਾ ਨਾਂ ਲੈਣਗੇ ਕਿ ਜਿਹੜਾ ਅਸੀਂ ਨਹੀਂ ਬੋਲ ਸਕਦੇ ਲੜਕੀਆਂ ਨੂੰ। ਤੋਬਾ ਨਾ ਅਸਤਗਫਿਰੁल्लाह ਤੇ ਬਹੁਤ ਗਿਫਟਰ ਹੈ। ਬੜਾ ਕੁਝ ਹੁੰਦਾ ਹੈ। ਉਹ ਕੀ ਨਾ ਹੈ, ਭਰਾ ਸੁਣਦੇ ਹੋਣੇ ਨੇ ਹਬੀਬ ਸਾਹਿਬ। ਇੱਕ ਉਹ ਹੈ ਸੀ ਜਿਹਨੂੰ ਪਾਕਿਸਤਾਨ 에ਅਰਪੋਰਟ ਤੇ ਉਤਰਿਆ, ਉਹਨੂੰ ਜੁੱਤੀਆਂ ਵੀ ਮਾਰੀਆਂ ਤੇ ਮੁੰਡਿਆਂ ਨੇ ਫੜ ਲਿਆ ਸੀ ਕਿ ਤੂੰ ਬੜੀ ਬਕਵਾਸ ਕਰਨਾ ਬਰੋਡ ਤੇ ਬਹਿ ਕੇ। ਪਤਾ ਨਹੀਂ ਕੈਨੇਡਾ ਰਹਿੰਦਾ ਕਿ ਕਿੱਥੇ।
ਨਹੀਂ ਥੋੜਾ ਮੈਂ ਦੇਖਿਆ ਹੈ। ਮੈਂ ਇਹਨਾਂ ਬਦਬਖਤਾਂ ਦੀਆਂ ਨਾ ਫਾਰਿਸ਼ੂ ਤੇ ਜਾਨਾ, ਮੈਂ ਨਾ ਬਰਾਡਾ ਵੇਖਦਾ ਇਹਨਾਂ ਦੀਆਂ ਖੰਜ਼ੀਰਾਂ ਦੀਆਂ, ਬਿਲਕੁਲ ਨਹੀਂ ਵੇਖਦਾ, ਬਿਲਕੁਲ। ਓਏ ਇਹਨਾਂ ਅੱਲਾ ਹੋਏ ਵੀ ਲਾਂਤ ਨਾ ਜੀ। ਉਹ YouTube ਤੇ ਮੈਂ ਉਹਦੀ ਉਹ ਵੇਖੀ ਵੀ ਜੁੱਤੀਆਂ ਪੈਂਦੀਆਂ ਤੇ ਪੁਲਿਸ ਵਾਲਿਆਂ ਨੇ ਉਹਨੂੰ ਫੜਿਆ ਹੋਇਆ ਸੀ। ਫਿਰ ਉਹਦਾ ਨਾਂ ਪਤਾ ਨਹੀਂ ਮੇਰੇ ਜ਼ਿਹਨ 'ਚ ਨਹੀਂ ਆਇਆ। ਫਿਰ ਮੈਂ ਸਰਚ ਕੀਤਾ ਤੇ ਉਹ TikTok ਤੇ ਗਿਆ ਵੀ ਇਹਨੂੰ ਕਿਉਂ ਜੁੱਤੀਆਂ ਪਈਆਂ ਨੇ। ਵੇਖਿਆ ਤੇ ਉਹਨੇ ਤਾਂ ਬਗੈਰ ਦੀ ਅਖੀਰ ਕੀਤੀ ਹੋਈ ਸੀ। ਹਾਂਜੀ ਹਾਂਜੀ, ਉਹ ਥੱਲੇ ਨਾਮ ਆ ਗਿਆ, ਨੈਟਵਰਕ ਨਾਮ ਸੀ ਉਹਦਾ, ਨੈਟਵਰਕ ਹਾਂਜੀ ਹਾਂਜੀ ਪ੍ਰਾਂਤ ਹਾਂਜੀ, ਬਿਲਕੁਲ ਪ੍ਰਾਂਤ ਉਹੀ, ਬਿਲਕੁਲ ਉਹ ਉਹੀ। ਕਿਸੇ ਦਾ ਬੱਚਾ ਖੰਜ਼ੀਰ ਸੀ। ਉਹ ਖਨਜ਼ੀਰ। अच्छा शाह जी, अब ना वो माएँ हैं जो अपने बच्चों को लोरियों में तारक बिन ज़ियाद और मोहम्मद बिन कासम, आहा यूसुफ बिन ताशफीन के आहा, किस्से सुनाती थी, हाय हाय, नहीं है वो मामा ही को नहीं है यार, वो तो मामा। फिर जो आज की माएँ अपनी लोरियों में बच्चों को इंडिया के गाने सुनाती हैं, इंडिया के हाय हाय, गाने सुन के और दूध का डिब्बा का दूध पी कर जो नस्ल बड़ी होती है ओए वो फिर होए, ऐसी निकलती है। वो एनजी निकल, बिल्कुल ठीक है। खान साहब, ये जो तौहीद का नारा लगा के मिर्ज़ा जूनियर जेरमी जैसे खंजीर जो हैं, जब उन्होंने हमारे ये जो इस्लामी हीरो हैं इनको जब डाकू डिक्लेयर करना है और उनको डाकू कहना है और अहले बैत का दुश्मन कहना है, और ऐसी माओं ने जिन्होंने मिर्ज़ा इंजीनियर को सुनना है, उनके फिर बच्चे इसी तरह के होंगे। बराडों के ऊपर ये जो मैच होते हैं ना, वहाँ पे जाके गिफ्टिंग करने वाली होंगे ऐसियों के बच्चे। जिन माओं ने अपने बच्चों को तारक बिन ज़ियाद, खालिद बिन वलीद, उमर फारूक, हज़रत अबू बकर सिद्दीक, हज़रत अली, हज़रत उस्मान, इनके किस्से सुनाए होंगे ना, उनके बच्चे जाके गिफ्टिंग नहीं करेंगे, ना ही वो नीचे बैठ के जाके तो मुजरे सुनेंगे। जी हाँ सर। अब हसन भाई, आपने तो बहुत बड़ी हस्तियों का नाम ले लिया है। मैंने तो जो ना उसके बाद आने वाले उम्मतियों के नाम लिए थे सिर्फ। वो तो बहुत बड़ी हस्तियां, हज़रत उमर फारूक रज़ी अल्लाह ताला अन्हो और हज़रत खालिद बिन वलीद, अना उल फारिसुल दरीद, अना खालिद उल वरीद, आहा, अना खालिद बिन वलीद, अना फारिसुल दरीद। उनके तो नाम से आज भी फारस की धरती कांप जाती है। आहा। आज भी खान अगर साहब मुझे बता लगता है इतनी तुसी भी किधरे ना सहाबा थे मुरीद जी। हो, किधरे मुरीद है वो आप? नहीं शाह जी, मैं किसी का मुरीद नहीं हूँ, अच्छा लेकिन अच्छा, मैं दिली तौर पर ख्वाजा मोइनुद्दीन चिश्ती रहमतुल्लाह अलैह को बहुत पसंद करता हूँ। हाँ हाँ हाँ, सुभान अल्लाह, सुभान अल्लाह। खान साहब, अर्ज करांगा किसे शेख कामिल, किसे अहले नजर ਦਾ ਪੱਲਾ ਲਾਜ਼ਮੀ ਫੜੋ। ਉਹਦੇ ਨਾਲ ਜਿਹੜਾ ਹੈ ਨਾ, ਉਹਦੇ ਨਾਲ ਬੜੀ ਚੇਂਜ ਆਏਗਾ, ਬੜੋ ਤਬਦੀਲੀ ਆਏਗੀ। ਨਿਖਾਰ ਆ ਜਾਏਗਾ। हाँ, बड़ा निखार शाह आ जी, मैं ढूंढ तो रहा हूँ, दुआएं भी मांगता हूँ कि अल्लाह पाक कोई जीते जी एक अच्छा जो ना पीर कामिल जो है अपना दे मुझे। लेकिन मैंने अपने दिल से जो ना अपने आप को, जैसे कि दिमागी या रूहानी तौर पे मैंने ख्वाजा मोइनुद्दीन चिश्ती रहमतुल्लाह अलैह जो हैं उनका जो ना अपने आप को मुरीद बनाया हुआ है। ठीक है, ठीक है, ठीक है। जी। वैसे मेरी फैमिली जो है ना, मेरी फैमिली जो है ये कुमरी के मोड़ा शरीफ एक जगह है, हाँ हाँ, वहाँ के एक अल्लाह के वली थे, बहुत कामिल वली थे। तो अल्लाह पाक उनकी मगफरत करे, उनके दर्जात बुलंद करे। अच्छा तो अच्छा उनके मुरीद थे। अच्छा। ये पीर साहब अभी चंद कुछ अरसा पहले ही वो जो है ना हक हुए हैं। वो यूके में जो है ना बड़ा तबलीग का काम उन्होंने किया माशाल्लाह। वही उन्हीं की बात करें। हाँ साहब। आज मुझे नाम तो नहीं पता उनका, मैं छोटा सा था तो मेरी जो ना वो मेरी एक आंटी हैं, वो बहुत ज़्यादा वजीफे वगैरह करती थी, तो उनको ऐसा कुछ हुआ था आखिरी जो 40वां दिन होता है ना, क्योंकि उनके पास कोई उस्ताद नहीं था, तो ऐसे कोई इन्होंने जो ना दिमागी तवाज़ुन जो ना खो गया था। तो ये 84 की बात है, 84 की बात है ये, या 82 की बात होगी। तो उस वक़्त आप अंदाज़ा लगाएं कि 500 रुपये में उनको एक इंजेक्शन लगता था दिमागी तवाज़ुन ठीक करने वाला, और बिजली के झटके लगते थे।
6 महीना तक उनका इस तरह ट्रीटमेंट हुआ लेकिन ठीक नहीं हुए। उस वक्त मेरी परदादी जिंदा थी तो वो उनको लेकर कुमारी की तरफ गई हैं कि चलो पीर साहब से जो है ना दुआ करवाते हैं। आखिर उन्होंने थक हार के ये किया। तो इधर से इन्होंने रखते सफ़र बांधा, उधर से पीर साहब ने कहा जी कि आज ज़रा थोड़ा खाना स्पेशल पका दो, मेरे बहुत ख़ास मुरीद आ रहे हैं और बहुत ज़माने के बाद आ रहे हैं। तो जब ये वहाँ पे पहुँचे हैं तो उन्होंने एक ही बात कही है कि देखा तुम मेरे दरवाज़ा भूल गई थी तो मैंने तुम्हें कैसे खींचा है। तो शायद ये सुनने वाले इस बात पे यकीन ना करें कि वो जो मेरी आंटी थी इस हद तक पागल थी कि वो अगर उनको 6 इंसान पकड़े ना, 3 एक तरफ से 3 दूसरी तरफ से, तो उनको ऐसे उठाकर फेंकती थी कि जैसे छोटा बच्चा एक सोका बॉल को उठाकर फेंकता है। लेकिन अच्छा वहां पे पता है गई क्या ये है। खान साहब, हमने जो चीजें नोट करनी होती है ना, ये करामतों को देखकर किसी को पीर नहीं बनाते। याद रखिएगा, करामतों को देखकर अमूमी तौर पे जो मुरीदीन होते हैं ना, वो अपने शेख की करामात मशहूर कर देते हैं। वो हो ना हो, वो दुनिया का कोई ऐसा पीर आपको मिलेगा नहीं कि जिसका मुरीद अपने पीर के चर्चे ना करता हो। मेरे पीर की ये अलामत, मेरे पीर की ये करामत, ये करामत, ये करामत, ये करामतों को उसने अंबार लगा देने। लेकिन करामतों को देख के नहीं। वो आला हज़रत फाजले बरेलवी ने फतावा रिजविया शरीफ जिल्द 21 सफ़ा 492 के ऊपर कुछ शराइत बयान की हैं कामिल पीरो मुर्शिद की। उन शराइत को देख के हमने पीर बनाना है, ना कि करामतों को देख के। पहली शर्त यह है कि सुन्नी सहीहुल अकीदा हो, सुन्नी और राफजी ना हो, मोतजिली ना हो, अकीदा बिगड़ा हुआ ना हो, सहीहुल अकीदा हो, अकीदा उसका बिल्कुल ठीक हो, हजरत अमीर मुआविया के ऊपर तान ना करता हो, साहबा कराम पे तान ना करता हो, अहले बैत अतहार के ऊपर तान ना करता हो, हजरत अबू बकर सिद्दीक को उम्मत में सबसे अफजल जानता हो। तो ये सुन्नी सहीहुल अकीदा होना चाहिए। नंबर 2, इतना इल्म रखता हो कि अपनी जरूरियात के मसाइल किताबों से निकाल सके, खुद अज खुद। जब कोई मसला शरी की जरूरत पड़े तो कुतुब के अंदर से वो मसला शरी निकाल सके, इतना इल्म जरूर होना चाहिए। तो आज तो उन बेचारों की अपनी नमाजें तक नहीं ठीक होती, नमाज नहीं आती, पीर को पूछ ले, नहीं आती। इसीलिए तो मैं किसी को बनाता नहीं हूँ उस्ताद, अपना पीर बनाता नहीं हूँ। हाँ, अभी 2 शर्तें रहती हैं खान साहब। जी जी, बिस्मिल्लाह तीसरी बिस्मिल्लाह। शर्त ये बताई कि फासी के मोलिन ना हो, यानी एलानिया गुनाह ना करने वाला हो। एलानिया गुनाह 2 तरह का होता है, एक एलानिया होता है, एक छुप के होता है। जो तो छुप के होता है उसको फाजिर कहते हैं, और जो एलानिया गुनाह करता है उसको फासिक कहते हैं। फासिको फाजिर, फजूर का ताल्लुक तो अल्लाह और बंदे के साथ है। एलानिया गुनाह जब करेगा उसका ताल्लुक फिसक के साथ है। वो चूंकि अब उसने गवाह बना लिए इतने लोग, तो कोई ऐसा गुनाह ना करता हो कि जिसके लोग गवाह हों, जैसे छोटी दाढ़ी करना, सुन्नत से कम करना, सुन्नतों को छोड़ना, वो खाना पीना उसका सुन्नत के मुताबिक नहीं, उठना बैठना सुन्नत के मुताबिक नहीं है, लोग हालांकि देख रहे हैं। जिसको उसकी सुन्नत के बारे में, हजूर की सुन्नत के बारे में पता होगा, वो नोट करेगा कि यार ये मेरा शेख जो है इसने फलां सुन्नत छोड़ दी है। एक बुजुर्ग थे, गालबन जुनैद बगदादी थे, तो किसी ने कहा जी बगदाद के अंदर एक शेख आए हैं, तो बड़े उनके मुरीदीन, तो बड़ी उनकी करामतें हैं, तो हजूर चले उनकी जियारत करने। तो वो जुनैद बगदादी साथ चले कि चलो ठीक है, हम अल्लाह के वली की जियारत करते हैं, जाके भाई मुलाकात करते हैं। वो जिसके घर में ठहरे थे उधर गए तो पता चला कि वो
तो शेख वहां से चले गए हैं। जुनैद बगदादी कहने लगे, गालबन अगर मैं भूल नहीं रहा तो जुनैद बगदादी है, हो सकता है कोई और बुजुर्ग हो, लेकिन बहरहाल हकायत ठीक है, नामों के अंदर कोई फर्क पड़ सकता है। तो कहने लगे कि चले वो बुजुर्ग जिस जगह ठहरे थे, जहां बैठे थे, वो जगह ही हमें दिखा दे, हम उसकी जियारत कर लेते हैं कि अल्लाह का वली जिस जगह बैठता है तो वो जगह भी मुकद्दस होती है। कहने लगे कि इस जगह पे नमाज उन्होंने पढ़ी है, तो ये नमाज की जगह है उनकी। तो वो कच्ची जगह थी, मिट्टी के ऊपर ही उन्होंने नमाज पढ़ी कहीं, तो मिट्टी के ऊपर ना देखा कि जो ये कैमरे में देखिएगा, सुन्नत ये है कि सजदे के अंदर जो हाथ है ना, ये लो जो है ना, ये अंगूठे लो के नीचे है, ठीक है। हाथ ऐसे रख के इस तरीके से कि ये अंगूठो लो के नीचे, ये सुन्नत तरीका है सजदे का। उसके जो हाथ लगे थे कोई दूर लगे थे, जैसे ऐसे, यानी लो से कहीं दूर। जुनैद बगदादी कहने लगे ये अल्लाह का वली नहीं है भाई, ये कोई बहरूपी है, ये कोई शैतान का वली तो हो सकता, अल्लाह का वली नहीं हो सकता। लोगों ने पूछा हुजूर कैसे, उसकी तो बड़ी करामतें हैं, तो बड़ा कुछ, तो बड़ा कुछ। कहने लगे एक सुन्नत का जो तारिक है वो अल्लाह का वली कैसे हो सकता है? अल्लाह का वली तो सुन्नत कभी तरक ही नहीं करता, वो सुन्नतों की अदायगी कर करके तो वो वली अल्लाह बनता है। तो फांसी के मोलिन से बात चली है कि लानिया गुनाह ना करने वाला हो, हाँ, कोई सुन्नत का तारिक ना हो। चौथी शर्त यह है कि उसका सिलसिला नबी आलम सल्लल्लाहु अलैहि वसल्लम तक मुत्तसिल हो, यानी मिला हुआ होना चाहिए, दरमियान में सिलसिला मुनकता ना हो कहीं पे। तो ये कुछ शराइत हैं। और ये आज होता ये है कि फॉर एग्जाम्पल मैं हूं जामे शराइत पीर मुबशर शाह, मैं अपनी बात कर रहा हूं, मैं जामे शराइत हूं, चारों शर्तें मेरे अंदर पाई जा रही हैं, और मैं लोगों को मुरीद भी करता हूं, मेरे कसीर मुरीदीन है, मेरा आस्ताना भी है। लेकिन जब मैं मरता हूं तो मेरा बेटा जो है ना, वो मेरी नशिस्त के ऊपर बैठ जाता है और अपने नाम के साथ लिखना शुरू कर देता है, साहबजादा साहब। लोग जिस किस्म की सलूक मेरे साथ करते थे, उसी किस्म का सलूक मेरे बेटे के साथ भी करना शुरू कर दिया उन्होंने। आने वाले वक्त के अंदर वो भी एक पीर बन के उभरा। बताइए क्या इस तरीके से वो पीर बन जाएगा? चलो मैं तो जामे शराइत था, चारों शर्तें मेरे अंदर पाई गई, तो मैं तो इस चीज का अहल था, लेकिन मेरा बेटा कैसे हो गया? सबसे पहले तो मैंने उसको खिलाफत नहीं दी, और अगर बिलफत खिलाफत दे भी दी है तो बकाया 3 शर्तें। क्या वो सुन्नी सहीउल अकीदा आलमे दीन है? क्या इतना इल्म रखता है कि वो जनाब किताबों के अंदर से मसला अखद कर सके? क्या वो फांसी के मोलन तो नहीं है? हाँ, अगर वो भी जामे शरायत हो फिर एक अलग सूरत हाल है। तो इस चीज को भी हमने देखना है कि पीरों के पुत्र पीर अमूमी तौर पे नहीं होते, अमूमी तौर पे नहीं होते। तो लोग वो पीरों के बच्चों के साथ भी फिर उस किस्म के सलूक करने शुरू कर देते हैं, वो बिगड़ जाते हैं। उनके बचपन से ही उनके हाथ पांव चूमते हैं, उनको पैसे देते हैं, नजराने देते हैं, वो बिगड़ जाते हैं, उनकी आदतें बिगड़ जाती हैं। आज तक मैंने यकीन जानिए नहीं कोई पीर का पुत्र पीर नहीं देखा सिवाय एक के, मौलाना इलियास सत्तार कादरी साहब के बेटे बिलाल रजा और अहमद रजा। अहमद रजा मेरा क्लास फेलो है, मेरे साथ पढ़े, वो है उसके, वो वाकई पीर का पुत्र पीर है। उसके अंदर कभी यकीन जानो, हमारे साथ पढ़ते रहे हैं, कभी कोई ऐसी चीज नहीं देखी।
نگاہیں نیچی اس نے رکھنی، بولنا ہی نہیں، خاموشی، سومو سلاد کے پابند، کوئی یاوا گوئی نہیں، بڑی ضرورت کی کوئی بات ہے تو ایک کرنی ہے بس. تو اس طریقے سے تو عمومی طور پہ پیروں کے پتر پیر نہیں ہوتے لوگ، لیکن پیر بنا لیتے ہیں، اس کو بھی پیر سمجھتے، یہ بھی پیر ہے. تو شیخ کم از کم کوئی ہونا چاہیے، سر کے اوپر کوئی ہونا چاہیے. میرے شیخ طریقت ہیں مولانا الیاس ستار قادری دامت برکاتہم اللہ علیہ، یقین جانیے با کمال شخصیت، با کمال، جتنے کمالات بیان کروں کم میں. ہماری زندگی کے اندر نکھار پیدا کرنے والے مولانا الیاس ستار قادری، ہمیں بنانے والے، سنوارنے والے، پڑھانے والے، لکھانے والے مولانا الیاس ستار. تو شیخ کم از کم کوئی ہونا چاہیے، نہیں تو آج اگر یقین مانیے شیخ نہ ہوتے تو ہو سکتا ہے ہم بھی پتہ نہیں کہاں کے کہیں ہوتے. شاہ جی آپ کی اجازت ہے مجھے، میں جی کچھ بول سکتا جی بول لیں. ہوں؟ تو شاہ جی ان کو پھر لے کے گئے ہیں وہاں پہ، تو 6 منتھ سے میری آنٹی نے جو نہ کچھ اچھا سے کھایا تھا اور نہ کچھ پیا تھا، تو پورا بیمار حالت میں بہت مشکل سے پکڑ جکڑ کے باندھ کے ایک طرح سے رسیوں سے ان کو لے کر گئے تھے وہاں پہ. لیکن اللہ کی یہ قدرت ہے، کوئی اللہ پاک کا ہی نظام ہے، سسٹم ہے کہ وہاں جا کر انہوں نے خوب کھانا کھایا، خوب پانی پیا، اور جب وہاں سے واپس آئی ہیں تو بالکل ٹھیک ٹھاک، اور آج دن تک ماشاءاللہ بالکل ٹھیک ٹھاک ہے. 5 وقت کی نماز، روزہ، قرآن پاک اور اپنی عبادات. انہوں نے پھر جو اجازت دی اس سے کہ یہ تم یہ وظائف کر سکتی ہو، تو انہوں نے پھر وہ وظائف کیے. بس ان کا وہی ہے کہ وہ اسی طرف رہتی ہیں، وہ اللہ اور اس کے رسول کی طرف، اس کے آگے ان سے کوئی بھی جو نہ کوئی بات کر سکتا ہے نہ کچھ. نماز ہے، روزہ ہے، اپنے ذکر اذکار ہیں، بس ختم بات. یہ چیز میں نے اپنی آنکھوں سے دیکھی ہے، اور اس کا گواہ میں بھی ہوں، خود ہوں کہ میں نے یہ چیز دیکھی ہے کہ ایک بیمار انسان کو لے کر گئے ہیں، تو ایک اللہ کے بندے کی دعا سے جو میں تو نہیں جانتا شاہ جی، میں صاف بات بتا رہا ہوں کہ نہ میں نے ان پیر صاحب کو کبھی دیکھا ہے، نہ ہی کبھی ان کے دربار میں حاضر ہوا ہوں، اور نہ ہی میں ان کے سلسلے کو جانتا ہوں، نہ ہی میں کوئی اور چیز جانتا ہوں. لیکن یہ چیز میں نے اپنی آنکھوں سے دیکھی کہ میری آنٹی گئی بیمار، آئی تو ٹھیک تھی. ہاں نہیں، جی میں یہی عرض کر رہا تھا کہ ان چیزوں کو نہیں دیکھنا نا. دیکھیں آپ نے یہ دیکھنا ہے کہ یہ 4 شرطیں پائی جا رہی ہیں کہ نہیں. کوئی بیمار کیا ٹھیک ہو کیا نہیں، یہ کوئی علامت نہیں ہے. یہ تو بڑے بڑے فاسق و فاجر بھی یہ کام کر سکتے ہیں، بڑے بڑے شعبدہ باز بھی یہ کام کر سکتے ہیں. استدراج پایا جاتا ہے، معاونت پائی جاتی ہے، شعبدہ بازی پائی جاتی ہے. بڑے بڑے کافروں کے اندر یہ کام ہوتا ہے. وہ دیکھیں نا، وہ عیسائی جو ہیں ان کے پادری، وہ شفایہ دعائیا کے نام سے وہ مجلس کرتے ہیں کہ جس کے اندر وہ نا کوئی دم کرتے ہیں، یہ پادری، اور مریضوں کو ٹھیک کرتے ہیں. یوٹیوب کے اوپر جا کے دیکھ لیں، وہ دم کرتے ہیں، کوئی اس طرح کر کے ہوتا ہے کچھ، تو بڑے بڑے مریض صحت یاب ہوتے ہیں. تو کیا وہ بس اب ٹھیک ان کے ہاتھ پہ بیعت کر لیجئے؟ یہ پیر ہونے کی علامت ہے؟ یہ تو کوئی علامت نہ ہوئی. اچھا، کیا پھر اس کا مطلب ہے کہ یہ موڑے شریف والے جو ہیں یہ پھر نہیں نہیں ہیں؟ نہیں نہیں، نام نہ لینا، نام کسی کا نہ لیں، نام نہ لیں، کسی کا نام نہیں، میں جانتا ہی نہیں. موڑا شریف جو آپ فرما رہے ہیں، واللہ اللہ کی قسم مجھے نہیں پتا، میں نہیں جانتا وہ بزرگ کون ہے. میں ایک اصولی بات بتا رہا ہوں، اصول، کہ ان کرامتوں کو دیکھ کے کسی کا مرید نہیں ہونا.
जामे शरायत का मुरीद होना है। क्या आया इसकी शरायत के अंदर ये कैसे है? करामतों को देख के नहीं और ना ही सुन के। ये सुनी सुनाई बातें भी अमूमी झूठ होती हैं और देखी बातें भी अमूमी झूठ होती हैं। वो आंखों का धोखा हो सकता है, वो शौदाबाजी हो सकती है, वो बड़ा कुछ हो सकता है, वो जादू का कोई करिश्मा हो सकता है, वो टेलीपैथी हो सकती है, वो मिसमरेजम हो सकता है, वो बड़े मामलात हैं भाई, आंखों के धोखे होते हैं। मुर्शिद साहब माजरत चाहते हैं, इसी बात पे आप थोड़ा सा वो दंजाल का किस्सा सुना दे कि वो क्या क्या करेगा। हाँ हाँ, वो ही सारे ये काम करेगा। हाँ तो थोड़ा सा अर्ज कर दे। हाँ जी, मैं इसके ऊपर तो पूरी ब्राड की है हमने, कल परसों पूरी ब्राड 4 घंटे 5 घंटे की ब्राड हुई है मुस्लिम शरीफ की हदीस के ऊपर, 73 के ऊपर। तो गुजारिश ये है कि दज्जाल यही तो करेगा। वो तो भाई एक बंदे हट्टे कट्टे को, लड़के को सामने बुलाएगा, तलवार से उसके 2 टुकड़े करेगा, एक टुकड़ा उधर फेंकेगा, एक उधर फेंकेगा, फिर उस लड़के को पुकारेगा, लड़का हाजिर हो। वो उसके दोनों टुकड़े ऐसे जुड़ेंगे, लड़का हंसता मुस्कुराता उसके सामने आ जाए। अब इतनी बड़ी चीज को कोई देख के बताए, उसके हाथ के ऊपर बैत नहीं करेंगे, बड़े बड़े रह जाएंगे। हजूर ने खुद फरमाया, जब सरकार ने फरमाया सबसे ज्यादा मुझे अगर डर है तुम लोगों से, अपनी उम्मत से, तो वो दज्जाल के फितने से है कि उसका फितना बड़ा शदीद होना है, वो आंखों के धोखे होने, फौरी तौर पे लोग उसके हाथ के ऊपर ईमान ले आएंगे। तो ये करामत को, जिसको आप करामत समझ रहे, वो करामत होती नहीं, वो कुछ और भी हो सकता है। और दूसरी बात, ये एक हकीकत है और ये बड़ी हकीकत है, जो अल्लाह के औलिया अल्लाह होते हैं वो तो करामत से डरते हैं। वो कहते हैं या अल्लाह हमारे हाथ के ऊपर करामत को जारी ना करना, हमारा ये एक राज है, एक पर्दा डाला हुआ है तूने, ये पर्दे ही डाल के रखना। औलिया अल्लाह तो अपनी करामत अल्लाह के हजूर गिड़गड़ा के दुआएं करते हैं, या अल्लाह करामत को हमसे दूर रखना। ये फितने नास से वो डरते हैं, फितना तुम निसा से डरते हैं, फितना तुम नास से डरते हैं, वो लोगों के मेल जोल से डरते हैं, ज्यादा भीड़ से डरते हैं, मजमा आम से डरते हैं। अल्लाह का वली तो वो बड़े पर्दों के अंदर रहता है, छुप के रहता है, वो अपना आप जाहिर होने नहीं देता। उसने पीछे गिड़गड़ा के दुआएं मांगी होती हैं, या अल्लाह मुझे महफूज रखना, मुझे बचा के ही रखना, मेरा ये एक राज है, ये मेरी वलायत, ये पर्दा किसी के ऊपर ना उठाना। ये मामला खाली डब्बे अमूमी बजा करते हैं, जिनके अंदर कुछ नहीं ना होता। वो अपने मुंह मियां बिठू मैं पीर हाँ, मैं गोस कुतब अब्दाल हाँ। बकायदा तौर पे जब इश्तिहार छपते हैं तो ये पीर कहते हैं मेरे नाम के साथ पीर लिखो, बड़ी सी मेरी तस्वीर लगानी है, और ये लकब लिखने हैं, गोसे जमा, कुतबे रोज जमा और राजिये दौरा, तो पता नहीं क्या क्या क्या, पता नहीं, और ना ही नहीं समझ आता कि हजाजी का नाम केड़ा है। 50 पीछे लकब होंगे, आखिर में हजाजी का नाम होता है कहीं। तो अल्लाह का वली तो है इन चीजों से बिल्कुल दूर होता है, वो इश्तिहारी नहीं होता। हाँ, पीरो मुर्शद इश्तिहारी नहीं होता। शान वो बात वही आ गई ना, कहते हैं ना पीर कामल नहीं, यकीन कामल होना चाहिए बंदा। हाँ जी, नहीं यकीन नहीं, इधर 4 शरायत कामल होनी चाहिए, ना ही पीर कामल, ना ही यकीन कामल, शरायत कामल। हमने ये देखना शरायत कामल है कि नहीं इसमें। शरायत बिल्कुल बिल्कुल शरायत कामिल है तो ठीक है, कामिल बिल्कुल। कामिल शरायत नहीं है तो कुछ भी नहीं है। तुम्हारे सामने क्या है, तू आम सा एक इंसान है। जिनकी खान साहब बात कर रहे थे ना चौड़ा शरीफ वालों की, मेरी हुजूर अल्लाह। अच्छा ऐसा है यार, आप हजरात तशरीफ रखे जी जी, ते मुझे थोड़ा सा जाना है भाई, तो आप मजलिस लगा के रखें। देखो दीन की, अल्लाह रसूल की बातें हो रही हैं, तो चलो कोई चीज बंदा सीखता सिखाता ही है ना।
बिल्कुल बिल्कुल। हाँ चले ठीक है जी, मुझे इजाजत है, रब रखा, अस्सलाम वालेकुम। ओके जी, वालेकुम। वालेकुम अस्सलाम वरहमतुल्लाहि वबरकातुहू। अच्छा मुझे खान साहब भाई, हबीब भाई, जिनकी आप बात कर रहे थे ना, चौड़ा शरीफ वालों की, बहुत बहुत बहुत, मैं कहता हूँ कि अल्लाह ने उनके हाथों में वो मोड़ा शिफा दी। मोड़ा शरीफ, चौड़ा शरीफ मोड़ा नहीं भाई, शरीफ मोड़ा मोड़ा शरीफ। शरीफ वाले। मोड़ा शरीफ है उनका नाम है। और जी जी। जो मरी वाले हैं वो बता रहे हैं, मुफ्ती साहब ने बड़ी मुदल्लल गुफ्तगू की है जी, अल्हम्दुलिल्लाह। बड़ी जबरदस्त गुफ्तगू है। और आमिर भाई ने ये अल्फाज बोले हैं, उस पे ऊपर भी मैं थोड़ी सी गुफ्तगू करूँगा कि पीर कामल या यकीन कामल नहीं, ये अल्फाज हमारे जहनों में बैठा दिए गए हैं। तो ऐसे अल्फाज नहीं होने चाहिए, ये हमारे जहनों में ना जो बैठे हुए ना अल्फाज, ये गलत है। तो ये जो बताया ना मुफ्ती साहब ने, ये बिल्कुल ठीक है कि जो शरी बातें हैं, शरायतें हैं, वो ठीक होनी चाहिए बस। कि भाई उसके किसी अगर वो कोई पीर है तो वो शरा के लिहाज से, शरी लिहाज से वो ठीक है, उनको शरीयत का मालूम है। भाई हम तो एक गुमराह बंदे हैं ना, मिसाल के तौर पर पीर का लफ्ज का मतलब होता है रहबर। मैं नाकस इलम के मुताबिक ही बात कर रहा हूँ कि वो होता है राहबर, बिल्कुल बिल्कुल राह बिल्कुल। दिखाने वाला ना, रात एक, दिखाने वाला। हाँ अच्छी राह दिखाने वाला, और राह पे डालने वाला। कौन सी अच्छी राह पे, ठीक है, वो होता है राहबर। तो अगर वो राहबर शरीयत का पाबंद नहीं है तो फिर वो हमें कौन सी राह पे डालेगा। इसलिए ये मुफ्ती साहब ने ये भी बड़ा अच्छा एक लफ्ज बोला है कि जी पीर होना बहुत जरूरी चाहिए ताकि आपकी रहनुमाई हो सके। और पीर को आलम भी होना चाहिए, आलम दीन भी होना चाहिए, ताकि वो आपकी रहनुमाई, अगर वो रहबर है तो रहनुमाई जब करेगा तो वो सही तरीके से होगी। अगर आलम दीन है तो फिर वो आपके साथ वो शरी लिहाज के मुताबिक चलेंगे। तो पीर होना भी जरूरी है चाहिए, और उनका आलम दीन भी होना जरूरी है, इल्म वाला होना जरूरी है, शरीयत के मुताबिक शरीयत भी होना जरूरी है, शरीयत के मुताबिक उनकी शरायतें जो है ना वो पूरी हों। तो ये तो नहीं ना होता कि भाई वो हमें वो बोले कि जी नमाज पढ़े नमाज पढ़े नमाज पढ़े, तो उनकी बारी आए तो वो खुद कहें जी हमें तो हम नहीं मारी, तो पढ़ी पढ़ाई हुई है। तो ये चीजें गलत है। तो खान साहब भी इंशाल्लाह ताला मेरी दुआ है कि अल्लाह रब्बुल इज़्ज़त नबी आलम सल्लल्लाहु अलैहि वसल्लम के सदका वसीला से इनको अच्छे हाथों में हाथ देने की तौफीक अता फरमाए, और अल्लाह रब्बुल इज़्ज़त इनका दामन जो है ना ये किसी का ऐसा दामन पकड़े को जो इनको सही उल अकीदा शरीयत के मुताबिक हो और इनके वो राहबर बन। और मेरा भी यही एक बड़ी अच्छी बात मुफ्ती साहब ने फरमाई, और मेरा भी यही एक लफ्ज थे कि पीर पकड़ने से ना निखार आ जाता है, तो निखार वो आ आप जाता पर है, क्या मजीद बात एक है भाई। निखार आएगा। जो मैंने आप में देखा है ना खान साहब, अल्हम्दुलिल्लाह वो कम लोगों में होता है माशाल्लाह। खान साहब जिनकी बात कर रहे थे ना, निजामुद्दीन औलिया की, क्या बात थी। अभी भाई वो एक मंदिर में एक माई आई ना लड्डू लेके, तो उसने कहा कि ये लड्डू क्यों लेके आई है। उसने कहा भगवान के लिए। उन्होंने कहा भगवान खाता है। कहती नहीं। कहता अगर खिला दूं तो माने। कहती नहीं, ये कैसे हो सकता है। एक लड्डू चक्या, कहता अल्लाह दे हुक्म ना खा। पत्थर खाना शुरू हो गया। दूसरा चक्या, कहता अल्लाह दे हुक्म ना खा। खा लिया। तीसरा चक्या, अल्लाह दे हुक्म ना, वो भी खा लिया। माई सजदे च पै गई। हिंदू सी ना, उन्हें कहा कि एक ही। अगले दिन माई फिर लड्डू लैके आई। उन्हें कहा भगवान लड्डू खान लै पे। उन्हें रोड़ा पाता। आवाम इकट्ठी हो गई। उन्हें जिहड़ा मंदिर दा वो सी पंडित, उन्हें कहा माई दी अकल खट गई है खरे। उन्हें कहा मैं खिलाउनी। माई ने कहा मैं खिलाउनी। पहले लड्डू चक्या, नहीं खाता। दूसरा चक्या, नहीं खाता। उन्होंने कहा माई नूं लै आओ। उन्हें आवाज दी है अल्लाह दे नेक बंदे, तू कित्थे है, मेरी मदद नूं पहुंच। निजामुद्दीन औलिया आए। की होया माई।
ਕਹਿੰਦੀ ਕਿ ਤੁਸੀਂ 3 ਲੱਡੂ ਖਿਲਾਏ ਤੇ ਹੁਣ ਭਗਵਾਨ ਖਾਣ ਨਹੀਂ ਡਿਆ। ਕਹਿੰਦਾ ਫਿਰ ਖਾ ਲਵੇ। ਤੇ ਜਦੋਂ ਕਿਹਾ ਨਾ ਜਾ ਅੱਲਾ ਦੇ ਹੁਕਮ ਨਾਲ ਖਾ, ਤਾਂ ਸਾਰੇ ਲੱਡੂ ਖਾ ਗਿਆ ਤੇ ਪੰਡਤ ਵੀ ਮੁਸਲਮਾਨ ਹੋ ਗਿਆ ਨਾਲ ਹੀ। ਐਸੀ ਵਲੀਆਂ ਦੀ ਕਰਾਮਤ ਵੀ ਪਈ। ਜੰਗਲਾਂ 'ਚ ਮੰਗਲ ਕੀਤੇ ਸੀ। ਜੀ ਠੀਕ ਫਰਮਾਇਆ ਤੁਸੀਂ। ਪਰ ਉਹੀ ਗੱਲ ਆ ਜਾਂਦੀ ਨਾ ਕਿ ਕਰਾਮਾਤ ਤੋਂ ਇਨਕਾਰ ਨਹੀਂ ਹੈ ਸਾਡਾ। ਵਲੀਆਂ ਦੀ ਕਰਾਮਾਤ ਹੁੰਦੀਆਂ ਨੇ, ਇਸ 'ਚ ਸ਼ੱਕ ਕੋਈ ਨਹੀਂ, ਮਗਰ ਉਹਦਾ ਨਾ ਅੱਲਾ ਤੇ ਅੱਲਾ ਦੇ ਰਸੂਲ ਬਿਹਤਰ ਜਾਣਦੇ ਨੇ। ਵਲੀਆਂ ਦੀ ਕਰਾਮਾਤ ਨੂੰ ਵੀ ਅੱਲਾ ਤੇ ਅੱਲਾ ਦੇ ਰਸੂਲ ਬਿਹਤਰ ਜਾਣਦੇ ਨੇ, ਅਸੀਂ ਨਹੀਂ। ਉਹ ਕੀ ਸ਼ਾਨ ਹੈ ਉਹਨਾਂ ਦੀ, ਵਰਾਲ ਵਰਾ ਸ਼ਾਨ ਹੈ, ਤੇ ਉਹਨੂੰ ਬਿਹਤਰ ਜਾਣਦੇ ਨੇ। میرے آقا علیہ الصلوۃ والسلام جانتے ہیں یا اللہ جانتا ہے۔ بے شک بے شک۔ اور ابھی پتہ کیا بھائی ہے؟ جی جی ابھی بھائی مجھے اس پہ امام شافعی رحمۃ اللہ علیہ کا ایک قصہ یاد آ رہا ہے، لیکن وہ پہلے میں نے پڑھا تھا تو تھوڑا سا گڑمڑ ہو رہا ہے، تو چلیں اللہ پاک کمی پیشی معاف فرمائے گا۔ کہتے ہیں کہ جس وقت یہ امام شافعی رحمۃ اللہ علیہ تھے نا، اس وقت کوئی ایک نون مسلم آ کر مسلمانوں کو گمراہ کر رہا تھا۔ وہ کہتا تھا دیکھو میں آگ کا پجاری ہوں، لیکن آگ مجھے کھاتی نہیں ہے، مجھے جلاتی نہیں ہے، اور وہ آگ کے اندر کھڑا ہو جاتا تھا۔ تو آگ لگی ہوتی تھی، آگ کے اندر کھڑا ہوتا تھا، تو جو میرے جیسے ناقص عقل لوگ ہوتے ہیں نا، جیسے بھی شاہ جی جو فرما کے گئے ہیں کہ معجزے نہیں دیکھنے، یعنی کہ کرامت نہیں دیکھنی ہے، ٹھیک ہے، اس میں شریعت دیکھنی ہے کہ وہ شریعت کا پابند ہے کہ نہیں ہے، شرع اور شریعت پہ چلنے والا ہے کہ نہیں ہے، جو شاہ جی فرما کے گئے ہیں۔ تو وہ تو اب تھا آگ کا پجاری، اور یہ جو کیا نام ہے مسلمانوں کو گمراہ کر رہا تھا۔ تو جب یہ ان کے پاس امام شافعی رحمۃ اللہ علیہ کے پاس جب یہ بات پہنچی ہے تو آپ گئے ہیں، تو اس نے جب آگ جلائی اور کچھ کرتب کرنے کی کوشش کی تو امام شافعی رحمۃ اللہ علیہ نے کچھ دعا مانگی، تو اب آگ نے اس کو پکڑ لیا۔ تو کہتے ہیں کہ وہ گرا ان کے قدموں میں کہ بھائی میری جان تم چھڑا دو، تو میں جو نا یہ آئندہ یہ کام نہیں کروں گا۔ انہوں نے بتایا کہ تم یہاں سے چلا جا اور مسلمانوں کو گمراہ نہ کر، اس طرح کے شبد دکھا کے۔ کچھ ایسا ہی قصہ تھا یہ، اگر آپ چاہیں تو اس کو میرے خیال سے انٹرنیٹ پہ آپ سرچ کر کے کمپلیٹ طریقے سے پڑھ سکتے ہیں۔ نہیں ٹھیک ہے، آپ بالکل امام شافعی علیہ رحمہ کا نام لے رہے ہیں تو ایسے ہی ہوگا۔ تو یہ دیکھیں نا، میں اصل میں اب آپ کو ایک بات بتاؤں گا کہ بھئی کچھ ایسے بندے بھی ہیں، کچھ ایسے بھی پیر ہیں جو میں نے اپنی آنکھوں سے دیکھے ہیں، آنکھوں سے۔ بعد میں وہی کروں گا جو میں نے اپنی آنکھوں سے دیکھی ہو۔ وہ ایک جگہ سے مٹی اٹھا کے نا چکھتے ہیں، تو پہلے وہ بتا دیتے ہیں جی زمین کے نیچے نا یہ چیزیں ہیں، ٹھیک ہے۔ اچھا وہ جب مٹی چکھتے ہیں نا تو وہ 3-4 فٹ کا گہرا کھڈا اس میں ڈالا جاتا ہے، تو بتایا جاتا ہے جی اس میں تو نہیں ہے۔ وہ کہہ رہا ہے، دور بیٹھ کے کہہ رہا ہے جناب یہ ادھر ہی ہے، یہ میں پیر کی بات بتا رہا ہوں، ادھر ہی ہے۔ وہ مٹی جب اس کو دیکھا جاتا ہے تو جناب خان صاحب ادھر جو چیزیں اس نے بتائی ہیں وہی پوٹڑی، وہی سارا کچھ نکل آتا ہے۔ یہ کیا ہوا؟ یہ ایک جادو ہے، ٹھیک ہے۔ اور جب وہ ایک ایسا کرتب کرتا ہے کہ جس کا مجھے بھی علم ہوتا ہے، ٹھیک ہے۔ ایک ہمارا ہی ایک دوست ہے، اس کو فریج دے دیتا ہے یہ کرتبی دیکھ کر، ٹھیک ہے۔ تو اس نے کہا یار اس نے تو میرا لینٹر اکھاڑ دیا، اور لینٹر میں سے یہ کر دیا وہ کر دیا، تو اس نے تعویذ نکال دیے، تو یہ ہو گیا۔ تو اس نے نا اس کو فریج دے دی۔ اچھا اس کے بعد اس نے ایک ایسا کرتب کیا جس کا مجھے علم تھا۔ وہ جب اس نے کیا نا تو میں نے اس کے جانے کے بعد خود کر دیا۔ اس کو سمجھ آ گئی، بندے کو، میرے دوست کو سمجھ آ گئی کہ یار یہ تو نظام غلط ہے، جھوٹ ہے۔ تو پھر اللہ کے فضل و کرم سے اس کے پاس سے جا کر ہم نے فریج بھی واپس لے کے آئے۔ اب بات اصل میں یہ ہے کہ اللہ کے ولیوں سے ہمارا انکار نہیں ہے،
اللہ کے ولیوں سے بالکل بھی انکار نہیں ہے، پر یہ جو جھوٹے ولی اپنے آپ کو ولی کا نام دیا ہوا نا، یہ بھی بہت بڑی بے ادبی ہے۔ یہ ہم لوگ جب ہر کسی کو بندے کو ولی کہہ دیتے ہیں نا، تو ولی کا نام تو ذکر ہوا ہے قرآن پاک میں، تو اس سے کوئی انکار کر سکتا ہے؟ کوئی بھی نہیں انکار کر سکتا۔ جو کرتا ہے وہ مرتد منافق آدمی ہے، جو انکار کرتا ہے ولیوں کا۔ تو یہ جو جھوٹے ہیں نا، انہوں نے اصل میں ان کے نام کے ساتھ، ان کے نام کو کیش کروانے کے لیے نا، یہ اپنے نام کے ساتھ ولیوں کا نام جوڑتے ہیں اور شبدہ باز ہوتے ہیں زیادہ تر۔ فقیری ہونی چاہیے، عاجزی ہونی چاہیے، عاجزی اور فقیری، حبیب یہ ہے بھائی، جی جی جب میں پاکستان میں تھا نا اور ینگ تھا نا، لگ بھگ رہا ہوں گا 18-20 سال کا، تو ہم لوگ کیا کرتے تھے، ہم لوگوں کا ایک چرچی گروپ تھا، ٹھیک ہے؟ اب پینی چرس ہے اور کہنا اس کو کیا ہے، ملنگی نشہ، ٹھیک ہے؟ پینی چرس ہے، کہنا جی ملنگی نشہ ہے۔ تو میرے سامنے ایک دن بیٹھا ایک دوست، کہتا جی میں فقیر ہوں، یہ ہے وہ ہے، یہ ملنگی نشہ ہے، حلال ہے۔ میں نے اس کو پکڑ لیا، حالانکہ میں چرس پی رہا تھا، میں نے اس کو پکڑ لیا، میں نے کہا اوئے، ایک تو غلط کام کر رہے ہو، اوپر سے اس کو اسلام میں جائز کہہ رہے ہو، یار شرم نہیں آتی تم لوگوں کو؟ یہ ہے حرام، غلط ہے، گناہ والی چیز ہے، نشہ آور چیز ہے۔ نہیں 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 نہیں، ملنگی بوٹی ملنگی بوٹی۔ اور میں نے کہا اسلام میں اس چیز کا عمل دخل ہے ہی نہیں، تم لوگ کیوں اس کو اسلام کے ساتھ جوڑ کے جو نا ایک شرک والی اور کفر والی باتیں کر رہے ہو؟ تو جو 2-3 لڑکے اور تھے میرے ساتھ، انہوں نے کہا یار کہ یہ خان جو ہے نا بات صحیح کہہ رہا ہے، اسلام میں اس چیز کا نہیں ہے۔ ہم لوگ تو ایک آلریڈی ہم لوگ ایک تو گناہ گار ہیں، غلط راستے پہ ہیں، پھر اس کو ہم لوگ ڈھٹائی سے یہ کہیں کہ نہیں جی یہ جو ہم لوگ کر رہے ہیں یہی اصل اسلام ہے، تو غلط ہے یہ چیز بکواسیات جو ہے نا بند کرو۔ تو اس آدمی کا پھر منہ جو ہے نا ہم لوگوں نے بند کرا دیا۔ یہ ہوتا ہے، میں نے دیکھا ایک ایسے بھی آدمی کو میں نے دیکھا ہے، رات بھر وہ جو ہے نا کپی پیے، وہ گئے ہم لوگ اپنے کچھ فرینڈوں کے ساتھ، تو دیکھا جی تو ایک جگہ ایسی تھی کہ وہاں پہ پردہ عورتوں کا نہیں تھا، تو وہ صاحب پیر بنے ہوئے تھے، تو رات بھر انہوں نے جو نا عورتوں سے اپنے ٹانگیں شانگیں دبوائیں، بغل میں آ کے عورتیں بیٹھی ہوئی ہیں پیر صاحب کی، اور پیر صاحب